परमेश्वर के वचन में चलांगे। सारे बोलो हालेलुया हालेलुया। आओ आप सारे उस परमेश्वर के वचन में चलांगे और आप देखांगे नवे नियम के विच मत्ती दी अंजील ਉਹਦਾ 25 ਅਧਿਆਇ मत्ती ਉਹਦਾ 25 ਅਧਿਆਇ ਆਪਾਂ ਪੜਾਂਗੇ ਉਹਦੇ 14 ਤੋਂ ਲੈ ਕੇ 30 ਤੱਕ। ਇਹ ਗੱਲ ਤਾਂ ਉਸ ਮਨੁੱਖ ਵਰਗੀ ਹੈ। ਕੀ ਬਾਤ ਕਰੋ? ਇਹ ਗੱਲ ਤਾਂ ਉਸ ਮਨੁੱਖ ਵਰਗੀ ਹੈ ਜਿਹਨੇ ਪਰਦੇਸ ਨੂੰ ਜਾਣ ਲੱਗਿਆ ਆਪਣੇ ਚਾਕਰਾਂ ਨੂੰ ਸੱਦ ਕੇ ਆਪਣਾ ਮਾਲ ਉਹਨਾਂ ਨੂੰ ਸੌਂਪਿਆ ਅਤੇ ਇੱਕ ਨੂੰ 5 ਤੋੜੇ, ਦੂਏ ਨੂੰ 2 ਅਤੇ ਤੀਏ ਨੂੰ 1, ਹਰੇਕ ਨੂੰ ਉਹਦੇ ਗੁਣ ਦੇ ਅਨੁਸਾਰ ਦਿੱਤਾ ਤਾਂ ਪਰਦੇਸ ਨੂੰ ਚਲਿਆ ਗਿਆ। ਜਿਹਨੇ 5 ਤੋੜੇ ਲਏ ਸਨ ਉਹਨੇ ਝੱਟ ਜਾ ਕੇ ਉਹਨਾਂ ਨਾਲ ਵੰਡ ਵਪਾਰ ਕੀਤਾ ਅਤੇ ਹੋਰ 5 ਤੋੜੇ ਕਮਾਏ। ਇਸੇ ਤਰ੍ਹਾਂ ਜਿਹਨੇ 2 ਤੋੜੇ ਲਏ ਸਨ ਉਹਨੇ ਵੀ ਹੋਰ 2 ਖੱਟੇ। ਪਰ ਜਿਹਨੇ ਇੱਕੋ ਲਿਆ ਸੀ ਉਹਨੇ ਜਾ ਕੇ ਧਰਤੀ ਪੁੱਟੀ ਅਤੇ ਆਪਣੇ ਮਾਲਕ ਦੇ ਰੁਪਇਆਂ ਨੂੰ ਲੁਕਾ ਦਿੱਤਾ। ਬਹੁਤ ਚਿਰ ਪਿੱਛੋਂ ਉਹਨਾਂ ਚਾਕਰਾਂ ਦਾ ਮਾਲਕ ਆਇਆ ਅਤੇ ਉਹਨਾਂ ਤੋਂ ਲੇਖਾ ਲੈਣ ਲੱਗਾ। ਜਿਹਨੇ 5 ਤੋੜੇ ਲਏ ਸਨ ਉਹਨੇ ਕੋਲ ਆਣ ਕੇ ਹੋਰ 5 ਤੋੜੇ ਉਹਦੇ ਅੱਗੇ ਰੱਖੇ ਅਤੇ ਕਿਹਾ, ਸਵਾਮੀ ਜੀ ਤੁਸੀਂ ਮੈਨੂੰ 5 ਤੋੜੇ ਸੌਂਪੇ ਸਨ, ਦੇਖੋ ਮੈਂ 5 ਤੋੜੇ ਹੋਰ ਵੀ ਖੱਟੇ। ਉਹਦੇ ਮਾਲਕ ਨੇ ਉਸ ਨੂੰ ਕਿਹਾ, ਹੇ ਚੰਗੇ ਅਤੇ ਮਾਤਬਰ ਚਾਕਰ, ਸ਼ਾਬਾਸ਼ੇ, ਤੂੰ ਤਾਂ ਥੋੜੇ ਜਿਹੇ ਵਿੱਚ ਮਾਤਬਰ ਨਿਕਲਿਆ, ਮੈਂ ਤੈਨੂੰ ਬਹੁਤ ਸਾਰੇ ਉੱਤੇ ਇਖਤਿਆਰ ਦੇਵਾਂਗਾ। ਤੂੰ ਆਪਣੇ ਮਾਲਕ ਦੀ ਖੁਸ਼ੀ ਵਿੱਚ ਦਾਖਲ ਹੋ। ਅਤੇ ਜਿਹਨੇ 2 ਤੋੜੇ ਲਏ ਸਨ ਉਹ ਵੀ ਕੋਲ ਆਣ ਕੇ ਬੋਲਿਆ, ਸਵਾਮੀ ਜੀ ਤੁਸੀਂ ਮੈਨੂੰ 2 ਤੋੜੇ ਸੌਂਪੇ, ਵੇਖੋ ਮੈਂ 2 ਤੋੜੇ ਹੋਰ ਵੀ ਖੱਟੇ। ਉਹਦੇ ਮਾਲਕ ਨੇ ਉਸ ਨੂੰ ਕਿਹਾ, ਹੇ ਚੰਗੇ ਤੇ ਮਾਤਬਰ ਚਾਕਰ, ਸ਼ਾਬਾਸ਼ੇ, ਤੂੰ ਥੋੜੇ ਜਿਹੇ ਵਿੱਚ ਮਾਤਬਰ ਨਿਕਲਿਆ, ਮੈਂ ਤੈਨੂੰ ਬਹੁਤ ਸਾਰੇ ਉੱਤੇ ਇਖਤਿਆਰ ਦਿਆਂਗਾ, ਤੂੰ ਆਪਣੇ ਮਾਲਕ ਦੀ ਖੁਸ਼ੀ ਵਿੱਚ ਦਾਖਲ ਹੋ। ਫਿਰ ਜਿਹਨੇ 1 ਤੋੜਾ ਲਿਆ ਸੀ ਉਹ ਵੀ ਕੋਲ ਆਣ ਕੇ ਬੋਲਿਆ, ਸਵਾਮੀ ਜੀ ਮੈਂ ਤੁਹਾਨੂੰ ਜਾਣਿਆ, ਜੋ ਤੁਸੀਂ ਕਰੜੇ ਆਦਮੀ ਹੋ ਕਿ ਜਿੱਥੇ ਤੁਸੀਂ ਨਹੀਂ ਬੀਜਿਆ ਉੱਥੋਂ ਵੱਢਦੇ ਹੋ, ਔਰ ਜਿੱਥੇ ਤੁਸੀਂ ਨਹੀਂ ਖੰਡਾਇਆ ਉੱਥੋਂ ਇਕੱਠਾ ਕਰਦੇ ਹੋ। ਉਹ ਮੈਂ ਡਰਿਆ ਅਤੇ ਜਾ ਕੇ ਤੁਹਾਡੇ ਤੋੜੇ ਨੂੰ ਧਰਤੀ ਵਿੱਚ ਲੁਕਾ ਦਿੱਤਾ, ਇਹ ਆਪਣਾ ਲੈ ਲਓ। ਉਸਦੇ ਮਾਲਕ ਨੇ ਉਸ ਨੂੰ ਉੱਤਰ ਦਿੱਤਾ, ਓਏ ਦੁਸ਼ਟ ਅਤੇ ਆਲਸੀ ਚਾਕਰ, ਕੀ ਤੈਂ ਜਾਣਿਆ ਭਈ ਜਿੱਥੇ ਮੈਂ ਨਹੀਂ ਬੀਜਿਆ ਉੱਥੋਂ ਵੱਢਦਾ ਹਾਂ, ਔਰ ਜਿੱਥੇ ਮੈਂ ਨਹੀਂ ਖੰਡਾਇਆ ਉੱਥੋਂ ਇਕੱਠਾ ਕਰਦਾ ਹਾਂ। ਇਸੇ ਲਈ ਤੈਨੂੰ ਚਾਹੀਦਾ ਸੀ ਜੋ ਮੇਰੇ ਰੁਪਏ ਸਰਾਫਾਂ ਨੂੰ ਦਿੰਦਾ, ਤਾਂ ਮੈਂ ਆਣ ਕੇ ਆਪਣਾ ਮਾਲ ਵਿਆਜ ਸੁਦਾ ਲੈਂਦਾ। ਸੋ ਉਹ ਤੋੜਾ ਉਸ ਕੋਲੋਂ ਲੈ ਲਿਓ ਅਤੇ ਜਿਹਦੇ ਕੋਲ 10 ਤੋੜੇ ਹਨ ਉਹ ਨੂੰ ਦਿਓ। ਕਿਉਂਕਿ ਜਿਸ ਕਿਸੇ ਕੋਲ ਕੁਝ ਹੈ ਉਹਨੂੰ ਦਿੱਤਾ ਜਾਵੇਗਾ ਅਤੇ ਉਹਦਾ ਵਾਧਾ ਹੋਵੇਗਾ, ਪਰ ਜਿਹਦੇ ਕੋਲ ਨਹੀਂ ਉਸ ਕੋਲੋਂ ਜੋ ਉਹਦਾ ਹੈ ਸੋ ਵੀ ਫਿਰ ਲਿਆ ਜਾਵੇਗਾ। ਇਸੇ ਸਮੇਂ ਚਾਕਰ ਨੂੰ ਬਾਹਰ ਦੇ ਅੰਧਕੋੜ ਵਿੱਚ ਕੱਢ ਦਿਓ, ਉੱਥੇ ਰੋਣਾ ਤੇ ਖਜੀਜੀਆਂ ਦਾ ਵਟਣਾ ਹੋਵੇਗਾ। सारे बोलो हालेलुया हालेलुया। प्रभु पिता का बहुत धन्यवाद परमेश्वर का ਉਹਦੇ वचनों ਲਈ, क्योंकि बाइबल ਦੇ ਵਿੱਚ लिखा गा कि वचन परमेश्वर की आत्मा द्वारा लिखाया गया है, और प्रभु यीशु मसीह ने कहा आकाश धरती टल जाएगा पर मेरा वचन कदे नहीं टलेगा। सो परमेश्वर के वचन ਨੂੰ बहुत ध्यान ਨਾਲ सुनियो, क्योंकि ਅੱਜ एक बार फिर ਸਾਡੇ परमेश्वर ਸਾਡੇ ਨਾਲ ਆਪਣੇ वचनों द्वारा गलबात ਕਰਨ ਦੇ ਲਈ ਜਾ ਰਹੇ ਨੇ। क्योंकि अगर ਅਸੀਂ बाइबल ਦੇ ਵਿੱਚ पढ़ते हैं ਤਾਂ ਸਾਨੂੰ ਇੰਨਾ ਪੜ੍ਹਨ ਤੋਂ ਪਤਾ ਲੱਗਦਾ ਗਾ ਕਿ ਸਾਡੇ ਜੋ परमेश्वर ने वो पवित्र परमेश्वर ने, और वो परमेश्वर जिन्हों ने आकाश बनाया, जिन्हों ने इस धरती को बनाया, और जो कुछ भी आकाश के विच है और जो कुछ भी इस धरती के उपर है वो सब कुछ बनाने वाले कौन ने? वो तो प्रभु यीशु मसीह ने, वो तो साडे परमेश्वर ने, जो पवित्र परमेश्वर ने। हुण देखो उन्होंने बोलने के कितनी सामर्थ है कि वो जो कुछ बोलते गए और सब कुछ उन्होंने बोलने के नाल वो सब कुछ बन गया। अज देखो इस धरती के उपर किन्ने सारे लोग ने और किन्ने सारे देश ने, इस धरती के उपर किन्ने लोग ने, किन्ने देश ने, और ये देखो अगर लोग जिथे किते भी इकट्ठे हो जाते हैं तो उत्थे की होंदा ज्यादातर कि हर एक इंसान आपो अपनी गल्लां करदा गा, अपने अपने कोई किहड़ी भाषा दे विच, कोई किहड़ी भाषा दे विच, कोई जोर दी बोलदा, कोई हौली बोलदा गा।
ਲੇਕਿਨ ਇਹਨਾਂ ਸਾਰੇ ਲੋਕਾਂ ਦੀਆਂ ਗੱਲਾਂ ਨੂੰ ਸਾਡੇ ਪਰਮੇਸ਼ਵਰ ਸੁਣ ਸਕਦੇ ਨੇ। ਕਿਉਂਕਿ ਜਦ ਇਨਸਾਨ ਗੱਲਬਾਤ ਕਰਦਾਗਾ, ਇਨਸਾਨ ਕੁਝ ਬੋਲਦਾਗਾ, ਤਾਂ ਇਨਸਾਨ ਨੂੰ ਪਹਿਲਾਂ ਦੂਜੇ ਬੰਦੇ ਨੂੰ ਚੁੱਪ ਕਰਾਉਣਾ ਪੈਂਦਾਗਾ। ਉਹ ਕੀ ਕਹਿੰਦਾਗਾ ਵੀ ਪਹਿਲਾਂ ਚੁੱਪ ਕਰੋ, ਮੇਰੀ ਸੁਣੋ। ਮਤਲਬ ਅਗਰ ਇੱਕ ਜਗ੍ਹਾ 5-7 ਬੰਦੇ ਇਕੱਠੇ ਹੋ ਜਾਣ ਔਰ 2-3 ਲੋਕ ਉੱਥੇ ਗੱਲਾਂ ਕਰਦੇ ਹੋਣ ਇੰਨੇ ਲੋਕਾਂ ਦੇ ਵਿੱਚ, ਤਾਂ ਜਿਹੜੇ 2-3 ਲੋਕ ਗੱਲਾਂ ਕਰਦੇ ਨੇ, ਅਗਰ ਕੋਈ ਇਨਸਾਨ ਦੋਹਾਂ ਦੀਆਂ ਗੱਲਾਂ ਸੁਣਨਾ ਚਾਹੇ ਤਾਂ ਕੋਈ ਵੀ ਇਨਸਾਨ ਉਹਨਾਂ ਦੋਹਾਂ ਦੀਆਂ ਗੱਲਾਂ ਨੂੰ ਸੁਣ ਨਹੀਂ ਸਕਦਾ। ਇਸ ਲਈ ਉਹ ਕੀ ਕਹਿੰਦੇ ਨੇ, ਭਾਈ ਕੱਲਾ ਕੱਲਾ ਕਰਕੇ ਬੋਲੋ, ਕੱਲਾ ਕੱਲਾ ਕਰਕੇ ਬੋਲੋ, ਤਾਂ ਕਿ ਅਸੀਂ ਤੁਹਾਡੀ ਆਵਾਜ਼ ਨੂੰ ਸੁਣ ਸਕੀਏ, ਤੁਹਾਡੀ ਗੱਲ ਨੂੰ ਸੁਣ ਸਕੀਏ, ਸਮਝ ਸਕੀਏ। ਲੇਕਿਨ ਸਾਡੇ ਜੋ ਪਰਮੇਸ਼ਵਰ ਨੇ, ਦੇਖੋ ਇਸ ਧਰਤੀ ਉੱਪਰ ਕਿੰਨੇ ਲੋਕ ਨੇ, ਕਿੰਨੇ ਲੋਕ ਨੇ, ਔਰ ਹਰ ਇੱਕ ਇਨਸਾਨ ਉਹ ਜਦ ਵੀ ਬੋਲਦਾਗਾ। ਲੇਕਿਨ ਅੱਜ ਤੱਕ ਕਦੇ ਵੀ ਪਰਮੇਸ਼ਵਰ ਨੇ ਕਿਸੇ ਵੀ ਦੇਸ਼ ਦੇ ਵਿੱਚ ਜਾਂ ਜ਼ਿਆਦਾ ਇਕੱਠ ਦੇ ਵਿੱਚ ਪਰਮੇਸ਼ਵਰ ਇਹ ਨਹੀਂ ਕਹਿੰਦੇ ਕਿ ਤੁਸੀਂ ਇਕੱਲੇ ਇਕੱਲੇ ਬੋਲੋ। ਹੁਣ ਦੇਖੋ ਆਪਾਂ ਗੱਲ ਕਰੀਏ ਆਪਣੇ ਭਾਰਤ ਦੇਸ਼ ਦੀ। ਭਾਰਤ ਦੇਸ਼ ਦੇ ਵਿੱਚ ਕੀ ਹੁੰਦਾਗਾ ਕਿ ਐਤਵਾਰ ਨੂੰ ਜੋ ਜ਼ਿਆਦਾਤਰ ਲੋਕ ਬੰਦਗੀ ਕਰਦੇ ਨੇ, ਕ੍ਰਿਸਚੀਅਨ ਲੋਕ ਜਦ ਐਤਵਾਰ ਨੂੰ ਬੰਦਗੀ ਕਰਦੇ ਨੇ, ਉਹਦੇ ਵਿੱਚ ਵੀ ਕੋਈ ਦਿਨੇ ਕਰਦਾਗਾ ਤੇ ਕੋਈ ਰਾਤ ਨੂੰ ਕਰਦਾਗਾ। ਲੇਕਿਨ ਫਿਰ ਵੀ ਦੇਖੋ ਉਹ ਪਰਮੇਸ਼ਵਰ ਉਹ ਹਰ ਇੱਕ ਇਨਸਾਨ ਦੀ ਪ੍ਰਾਰਥਨਾ ਨੂੰ ਸੁਣਦੇ ਨੇ। ਕੋਈ ਇਨਸਾਨ ਅਗਰ ਆਰਾਧਨਾ ਕਰਦਾਗਾ, ਆਰਾਧਨਾ ਉਹ ਕਿਸ ਤਰ੍ਹਾਂ ਕਰਦਾਗਾ, ਕੀ ਗਾ ਰਿਹਾਗਾ, ਕਿਵੇਂ ਗਾ ਰਿਹਾਗਾ, ਉਹ ਸਾਰੀ ਗੱਲਾਂ ਨੂੰ ਪਰਮੇਸ਼ਵਰ ਸੁਣਦੇ ਨੇ ਔਰ ਜਾਣਦੇ ਨੇ। ਕਿਉਂਕਿ ਸਾਡੇ ਪਰਮੇਸ਼ਵਰ ਹੈ ਜੋ, ਉਹ ਸਾਰੇ ਲੋਕਾਂ ਦੀਆਂ ਗੱਲਾਂ ਨੂੰ ਇੱਕੋ ਸਮੇਂ ਸੁਣ ਸਕਦੇ ਨੇ। ਇੰਨੇ ਸਰਵ ਸ਼ਕਤੀਮਾਨ ਸਾਡੇ ਪਰਮੇਸ਼ਵਰ ਨੇ, ਇੰਨੇ ਮਹਾਨ ਪਰਮੇਸ਼ਵਰ ਸਾਡੇ ਨੇ। ਕਹਿਣ ਦਾ ਮਤਲਬ ਕਿ ਉਹ ਸਭੋ ਕੁਝ ਕਰਨ ਦੀ ਸਮਰੱਥਾ ਰੱਖਦੇ ਨੇ। ਇਸ ਧਰਤੀ ਉੱਪਰ ਦੇਖੋ ਕਿੰਨਾ ਸਾਰਾ ਪਾਪ ਹੈ, ਕਿੰਨੀਆਂ ਬਿਮਾਰੀਆਂ ਨੇ ਔਰ ਕਿੰਨੇ ਸਾਰੇ ਸਰਾਪ ਨੇ ਇਸ ਧਰਤੀ ਉੱਪਰ। ਹੁਣ ਦੇਖੋ ਜੋ ਜ਼ਿਆਦਾਤਰ ਹੁਣ ਗੱਲ ਹੋ ਰਹੀ ਹੈ ਮਹਾਮਾਰੀ ਦੀ, ਜੋ ਚੱਲ ਰਹੀ ਹੈ, ਮਰੀ ਚੱਲ ਰਹੀ ਹੈ ਕਰੋਨਾ ਵਾਇਰਸ ਦੀ। ਦੇਖੋ ਪੂਰੇ ਵਰਲਡ ਦੇ ਉੱਪਰ ਅੱਜ ਕੱਲ ਇਹਦੀ ਚਰਚਾ ਹੋ ਰਹੀ ਹੈ। ਕਿਤੇ ਵੀ 2-4 ਲੋਕ, 5 ਲੋਕ ਜਾਂ ਪਰਿਵਾਰ ਦੇ ਵਿੱਚ ਜਿੰਨੇ ਲੋਕ ਵੀ ਹੁੰਦੇ ਨੇ, ਅਗਰ ਉਹ ਇੱਕ ਜਗ੍ਹਾ ਬੈਠ ਜਾਣ ਤਾਂ ਹੋਰ ਚਾਹੇ ਕੋਈ ਗੱਲ ਕਰਨ ਚਾਹੇ ਨਾ ਕਰਨ, ਲੇਕਿਨ ਇੱਕ ਗੱਲ ਉਹ ਪੱਕੀ ਕਰਦੇ ਨੇ। ਕਿਹੜੀ ਗੱਲ? ਕਰੋਨਾ ਵਾਇਰਸ ਦੀ, ਕਿ ਬਿਮਾਰੀ ਦਾ ਮਤਲਬ ਇਹ ਮਰੀ ਦਾ ਕੀ ਹੱਲ ਹੈ ਤੇ ਕਦ ਖਤਮ ਹੋਊਗੀ, ਕਦ ਲੋਕ ਆਪੋ ਆਪਣੇ ਘਰਾਂ ਚੋਂ ਬਾਹਰ ਨਿਕਲਣਗੇ, ਕਦ ਆਪਣੇ ਕੰਮਕਾਰ ਤੇ ਜਾਣਗੇ। ਮਤਲਬ ਇਹ ਸਾਰੀਆਂ ਗੱਲਾਂ ਇਨਸਾਨ ਆਪਣੇ ਜੀਵਨ ਦੇ ਵਿੱਚ ਸੋਚਦਾਗਾ ਔਰ ਆਪਣੇ ਪਰਿਵਾਰ ਦੇ ਵਿੱਚ, ਆਪਣੇ ਯਾਰ ਦੋਸਤਾਂ ਨਾਲ, ਆਪਣੇ ਰਿਸ਼ਤੇਦਾਰਾਂ ਦੇ ਉੱਪਰ ਜਦ ਵੀ ਫੋਨ ਕਰਦਾਗਾ ਤਾਂ ਅਕਸਰ ਇਹੀ ਗੱਲ ਸੁਣਨ ਨੂੰ ਮਿਲਦੀ ਹੈ। ਅਕਸਰ ਇਹ ਗੱਲਾਂ ਲੋਕ ਸਾਹਮਣੇ ਤੋਂ ਕਰਦੇ ਨੇ ਕਿ ਹੁਣ ਕੀ ਬਣੇਗਾ, ਅਸੀਂ ਲੋਕ ਤਾਂ ਕੀ ਸੋਚਿਆ ਸੀਗਾ, ਅਸੀਂ ਲੋਕਾਂ ਨੇ ਕੀ ਸੋਚਿਆ ਸੀਗਾ ਕਿ ਇਹ ਦਿਨਾਂ ਦੇ ਵਿੱਚ ਕਾਰੋਬਾਰ ਕਰਾਂਗੇ, ਇਹ ਦਿਨਾਂ ਦੇ ਵਿੱਚ ਕੋਈ ਕੰਮਕਾਜ ਕਰਾਂਗੇ, ਇਹ ਦਿਨਾਂ ਦੇ ਵਿੱਚ ਕੋਈ ਵਿਆਹ ਸ਼ਾਦੀ ਕਰਾਂਗੇ। ਲੇਕਿਨ ਇਨਸਾਨ ਦਾ ਜੋ ਵੀ ਸੋਚਿਆ ਸੀਗਾ ਔਰ ਜੋ ਵੀ ਉਸਨੇ ਕਰਨਾ ਸੀਗਾ, ਉਹ ਦੇਖੋ ਸਾਰਾ ਕੁਝ ਬੰਦ ਹੋ ਚੁੱਕਿਆ ਹੈਗਾ। ਇੱਥੋਂ ਤੱਕ ਕਿ ਇਨਸਾਨ ਦਾ ਘਰੋਂ ਨਿਕਲਣਾ ਵੀ ਬੰਦ ਹੋ ਚੁੱਕਿਆ ਹੈਗਾ। ਹੁਣ ਦੇਖੋ ਇਹ ਸਾਰੀ ਗੱਲਾਂ ਉਹ ਪਰਮੇਸ਼ਵਰ ਦੇਖ ਰਹੇ ਨੇ। ਇਹ ਸਾਰੀਆਂ ਗੱਲਾਂ ਦੇ ਉੱਪਰ ਉਸ ਪਰਮੇਸ਼ਵਰ ਦੀ ਨਜ਼ਰ ਹੈ। ਇਨਸਾਨ ਕੀ ਸੋਚਦਾਗਾ ਉਹ ਸਾਰੀਆਂ ਗੱਲਾਂ ਪਰਮੇਸ਼ਵਰ ਜਾਣਦੇ ਨੇ। ਅਗਰ ਉਹ ਪਰਮੇਸ਼ਵਰ ਸਵਰਗ ਦੇ ਵਿੱਚ ਬੈਠੇ ਇੱਕ ਵਾਰ ਵੀ ਸੋਚ ਲੈਣ ਕਿ ਧਰਤੀ ਉੱਪਰ ਜੋ ਵੀ ਮਰੀ ਚੱਲ ਰਹੀ ਹੈ ਕਰੋਨਾ ਵਾਇਰਸ ਦੀ, ਇਹ ਹੁਣੇ ਖਤਮ ਹੋ ਜਾਏ, ਤਾਂ ਇਸ ਮਰੀ ਦੇ ਵਿੱਚ ਇੰਨੀ ਤਾਕਤ ਨਹੀਂ, ਇਸ ਮਰੀ ਦੇ ਵਿੱਚ ਇੰਨੀ ਸ਼ਕਤੀ ਨਹੀਂ ਕਿ ਇਹ ਮਰੀ ਖਤਮ ਨਾ ਹੋਵੇ। ਅਗਰ ਉਹ ਪ੍ਰਭੂ ਯਿਸੂ ਮਸੀਹ ਫੂਕ ਕੇ ਮਾਰ ਦੇਣ ਤਾਂ ਸਾਰੀ ਮਰੀ ਪੂਰੇ ਵਰਲਡ ਵਿੱਚੋਂ, ਪੂਰੀ ਦੁਨੀਆ ਦੇ ਵਿੱਚੋਂ ਹਮੇਸ਼ਾ ਹਮੇਸ਼ਾ ਲਈ ਖਤਮ ਹੋ ਜਾਊਗੀ। ਔਰ ऐसी खत्म होगी कि दोबारा कदे कोरोना नाम की जो बीमारी है, जो वायरस है, ये दोबारा कदे धरती ऊपर आना ही नहीं है। मतलब इन्ने पावरफुल ने प्रभु यीशु मसीह। और सिर्फ देखा जाए अगर वो प्रभु यीशु मसीह सोच लें एक बार कि धरती ऊपर जिन्ने भी लोग ने वो किसी भी देश के ने, किसी भी जात के ने, वो किसी भी मतलब जगह तो ने, वो सारे लोग मैंने अपना मुक्तिदाता कबूल कर लेना। तो सही दे विच कोई भी ऐसा इंसान नहीं है कि प्रभु यीशु मसीह बोलन और कोई इंसान प्रभु यीशु मसीह के ऊपर विश्वास न कर सके। ਇਹਦਾ मतलब कि प्रभु यीशु मसीह ਦੇ ਬੋਲਣ ਦੇ ਵਿੱਚ बहुत ही सामर्थ है। वो कुछ भी बोलन तो ऐसा हो सकता है। प्रभु यीशु मसीह अगर कह देना कि धरती उपरों जिन्ना भी नशा गा वो नशा अज ही खत्म हो जाए, हुणे ही खत्म हो जाए, तो नशे की ताकत नहीं कि नशा किसी को अपना गुलाम बना लवे, बीड़ी की ताकत नहीं कि बीड़ी किसी को अपना गुलाम बना लवे। अगर प्रभु यीशु मसीह कह देना कि सारे लोग मेरे ऊपर विश्वास कर, मैनू अपना मुक्तिदाता कबूल करना, तो सारे लोग आज ही प्रभु यीशु मसीह ने अपना मुक्तिदाता कबूल करने है। लेकिन प्रभु यीशु मसीह इस तरह नहीं करते। हाँ, प्रभु यीशु मसीह इस तरह नहीं करते। क्यों? क्योंकि प्रभु यीशु मसीह इस गल आनंद नहीं आता। वो चाहन तो इस तरह कर सकते हैं, वो चाहन तो इस तरह हो सकता गा कि वो सारे लोगों
अपना मतलब बना सकते ने मतलब अगर इस तरह कह देना कि मेरे ऊपर विश्वास करो, अगर प्रभु यीशु मसीह इस तरह कह देना तो ऐसा हो सकता है, लेकिन प्रभु यीशु मसीह इस तरह नहीं करते, क्योंकि प्रभु यीशु मसीह जब इस धरती उपर आए थे तो प्रभु यीशु मसीह चाहते तो वह कल्ले ही काम कर सकते थे, लेकिन प्रभु यीशु मसीह ने की किया, अपने नाल 12 चेले रखे, 12 रसूल रखे, और वो 70 चेले होर भी सीगे, और होर भी प्रभु यीशु मसीह के चेले सीगे। लेकिन प्रभु यीशु मसीह अपने चेलियां को कुछ सिखाते गए की सिखाया कि भूतां नूं कड्डो, बिमारां नूं चंगे करो, लोकां विच जाके सुसमाचार सुनाओ, लोकां नूं जाके गवाही दो। और देखो प्रभु यीशु मसीह दे चेले प्रभु यीशु मसीह दे नाल रहिंदे ये सारियां गल्लां प्रभु यीशु मसीह तो सिखदे गए। और उस तो बाद ते सही दे विच प्रभु यीशु मसीह ने अपने चेलियां नूं जो अधिकार दिता सीगा, उस अधिकार दा उन्हां चेलियां ने की कीता, इस्तेमाल भी कीता। हुण देखो अज वो चेलियां दी बदौलत, अज वो चेलियां दी मेहनत देखो, पूरे वर्ल्ड विच प्रभु यीशु मसीह दा प्रचार हो रहा है, पूरे वर्ल्ड दे विच, मतलब चाहे वो कोई भी देश है, कोई भी जगह गई, लेकिन देखो अज प्रभु यीशु मसीह दा प्रचार बहुत जोरा शोरा ते चल रहा है। इसदा कारण कि जो काम चेलियां ने शुरू कीता सीगा, वो काम अज और हुण तक वो बरकरार है, चाहे वो चेले इस धरती उपर नहीं है, लेकिन जो काम उन्होंने शुरू किया सीगा वो काम तो प्रभु यीशु मसीह का अज भी चल रहा है। और सही दे विच प्रभु यीशु मसीह इसकी मिन्नत भी नहीं करते, प्रभु यीशु मसीह किसी तरले भी नहीं करते कि तुसीं मेरा काम करो, लेकिन प्रभु यीशु मसीह की कहते हैं कि जो कोई मेरे पीछे आना चाहे वो अपने आप का इनकार करे, अपनी सलीब चुके। इसका मतलब कि अगर प्रभु यीशु मसीह के पीछे जाना गा तो की करना पेगा, अपनी खुशी नाल जाओ, अपनी इच्छावां नूं मार के जाओ। मतलब कि अगर प्रभु यीशु मसीह का काम करना गा तो अपनी इच्छा नूं मार के जाओ, फिर प्रभु यीशु मसीह का काम करो। लेकिन अज देखो इस धरती उपर किन्ने सारे लोग ने जो प्रभु यीशु मसीह का काम पूरी सच्चाई दे नाल, पूरी ईमानदारी दे नाल कर रहे हैं, और जो काम उन्हां चेलियां ने, उन्हां 12 रसूलां ने शुरू किया सीगा, वही काम अज भी चल रहा है। अज भी देखो प्रभु यीशु मसीह की जो कलीसिया गी अज पूरे वर्ल्ड में फैली हुई है। चाहे प्रभु यीशु मसीह की कलीसिया देखने में थोड़ी लगती है, चाहे प्रभु यीशु मसीह की कलीसिया मतलब बहुत छोटी लगती है देखने में, लेकिन सही दे विच प्रभु यीशु मसीह की कलीसिया बहुत ही वड्डी है, बहुत वड्डी है। क्योंकि आप लोग जब नहीं इस तरह देखते, जब आप इस तरह नहीं देखते कि प्रभु यीशु मसीह के मतलब जो ने वो सच्चाई नाल आत्मा नाल चलते हैं, तो ऐसे लोगों की गिनती सानू बहुत घट मिलती है। मतलब आप उंगलों से गिन सकते हैं ऐसे लोगों को, लेकिन सही दे विच ये वर्ल्ड दे विच प्रभु यीशु मसीह की कलीसिया बहुत फैली हुई है, बहुत ही फैली हुई है। लेकिन प्रभु यीशु मसीह देखो जब भी कोई काम करते हैं, जब भी कोई काम करते हैं तो वह इंसान के जीवन के एक न एक अपना काम जरूर देंगे ने, जरूर कोई ना कोई काम परमेश्वर देंगे ने। हुण कोई भी इंसान मसीह इस तरह नहीं आता, मसीह कोई भी इंसान इस तरह नहीं आता, लेकिन उसनूं आउंदे समय वो जीवन के परमेश्वर ने कोई ना कोई वड्डा काम किया होंदा। किसी की बीमारी दूर हो गई, किसी का कर्जा दूर हो गया, या किसी के जीवन के कोई भूत प्रेत सीगा, प्रभु यीशु मसीह ने वो दूर किया। मतलब हर एक इंसान के जीवन के एक गवाही होंदी है, गवाही होंदी है। और सही दे विच वो जो गवाही है वो द्वारा प्रभु यीशु मसीह उस इंसान का इस्तेमाल भी करते हैं। हुण देखो एक सामरी औरत सी, सामरी औरत देखा जाए तो जीवन के कोई चमत्कार नहीं होया, वो जीवन के कोई भी चमत्कार नहीं होया, ना तो बीमार है, ना तो जीवन के कोई ऐसी समस्या आ गई, और ना ही कोई जीवन के कोई दुष्ट आत्मा गा, और ना ही कोई उस बीमारी है। लेकिन फिर भी देखो वो जब प्रभु यीशु मसीह नाल मुलाकात कर रही है, और प्रभु यीशु मसीह ने जब उसने अपने वचन सिखाए, दसिया कि जीवन जल मैं और जे तू मेरे तो पींदी तो तू कदे प्यासी ना रहिंदी। जब प्रभु यीशु मसीह ने सारियां गल्लां उहदे नाल कीतियां तो उस तो बाद उसनूं लग्या कि किते तू नबी तां नहीं, किते तू मसीह तां नहीं जिहड़ा आउण वाला सीगा। और प्रभु यीशु मसीह ने दस्सिया देख मैं होई हां जिन्हां तू गल्लां कर रही है। हुण देखो उसदे जीवन विच कोई भी चमत्कार नहीं होया, उसदे जीवन दे विच कोई भी ऐसी समस्या नहीं सी, ऐसी कोई बीमारी नहीं सी, लेकिन फिर भी जब उसनूं पता लग्या ये तो मसीह है, तो उसदा जीवन कैसा सीगा? उसदा जीवन ऐसा सीगा कि वो 5 पति करके बैठी हुई सीगी, और 6वें दिन नाल वो तो इस तरह रह रही सी। मतलब उसदा जीवन बिल्कुल ही खराब सीगा, जीवन दे विच ਉਹਦੇ कोई भी शांति नहीं सी, शांति नहीं सी। इसलिए एक पति ਨੂੰ ਛੱਡਦੀ ਸੀ, ਦੂਜੇ ਨੂੰ ਫੜਦੀ ਸੀ, और दूजे ਨੂੰ ਛੱਡ ਕੇ ਤੀਜੇ ਨੂੰ ਫੜਦੀ ਸੀ, और तीजे ਨੂੰ ਛੱਡ ਕੇ ਚੌਥੇ ਨੂੰ ਫੜ ਲੈਂਦੀ ਸੀ। इस तरह 5 पति कर चुकी,
ਲੇਕਿਨ 6ਵੇਂ ਦਿਨ ਨਾਲ ਉਹ ਤਾਂ ਇਸ ਤਰ੍ਹਾਂ ਰਹਿ ਰਹੀ ਸੀ। ਉਹਦਾ ਕਾਰਨ ਕੀ ਵੀ ਦੇਖਦੇ ਕੁਝ ਸਮਾਂ 6ਵੇਂ ਦਿਨ ਰਹਿ ਕੇ ਅਗਰ ਮੇਰੀ ਇਹਦੇ ਨਾਲ ਚੰਗੀ ਨਿਭ ਗਈ ਜਾਂ ਮੈਨੂੰ ਕੁਝ ਚੰਗਾ ਲੱਗਿਆ ਤਾਂ ਮੈਂ ਇਹਦੇ ਨਾਲ ਵਿਆਹ ਕਰਾਵਾਂਗੀ, ਨਹੀਂ ਤੇ ਮੈਂ ਬਿਨਾਂ ਵਿਆਹ ਕੀਤੇ ਇਹਨੂੰ ਛੱਡ ਦੇਵਾਂਗੇ। ਉਹਦੇ ਮਨ ਦੇ ਵਿੱਚ ਕੁਝ ਵੀ ਸੀਗਾ। ਲੇਕਿਨ ਜਦ ਪ੍ਰਭੂ ਯਿਸੂ ਮਸੀਹ ਨੇ ਉਸਦੇ ਜੀਵਨ ਦੇ ਵਿੱਚ ਆਪਣੇ ਵਚਨ ਦਿੱਤੇ, ਪ੍ਰਭੂ ਯਿਸੂ ਮਸੀਹ ਨੇ ਜਦ ਆਪਣੀ ਪਹਿਚਾਣ ਕਰਾਈ ਤਾਂ ਉਸ ਤੋਂ ਬਾਅਦ ਉਹ ਜਦ ਪਿੰਡ ਦੇ ਵਿੱਚ ਗਈ ਤਾਂ ਪਿੰਡ ਵਿੱਚ ਜਾ ਕੇ ਰੌਲਾ ਪਾਇਆ। ਉਹਨੇ ਕੀ ਕਿਹਾ ਕਿ ਆ ਜਾਓ, ਮੈਨੂੰ ਇੱਕ ਐਸਾ ਇਨਸਾਨ ਮਿਲੇਗਾ ਜਿਹਨੇ ਮੇਰੇ ਜੀਵਨ ਦੀਆਂ ਸਾਰੀਆਂ ਗੱਲਾਂ ਜੋ ਮੈਂ ਕਰ ਚੁੱਕੀ ਹਾਂ ਮੈਨੂੰ ਦੱਸੀਆਂ ਨੇ। ਤੁਸੀਂ ਆ ਕੇ ਦੇਖੋ ਉਹਨੂੰ, ਤੁਸੀਂ ਆ ਕੇ ਉਹਨੂੰ ਦੇਖੋ ਔਰ ਦੇਖੋ ਕਿਤੇ ਉਹ ਮਸੀਹ ਤਾਂ ਨਹੀਂ, ਕਿਤੇ ਉਹ ਮਸੀਹ ਤਾਂ ਨਹੀਂ। ਹੁਣ ਜਦ ਉਹ ਲੋਕ ਪਿੰਡ ਵਾਲੇ ਗਏ ਲੋਕ ਉਹਦੇ ਕੋਲ ਔਰ ਉਹਨਾਂ ਨੇ ਦੇਖਿਆ ਉਹ ਤਾਂ ਵਾਕਈ ਮਸੀਹ ਹੈ। ਅਸਲ ਮਸੀਹ ਹੈ ਤਾਂ ਉਹਨਾਂ ਲੋਕਾਂ ਨੇ ਪ੍ਰਭੂ ਯਿਸੂ ਮਸੀਹ ਉੱਪਰ ਕੀ ਕੀਤਾ? ਵਿਸ਼ਵਾਸ ਕੀਤਾ। ਮਤਲਬ ਦੇਖੋ ਕਿ ਉਸ ਔਰਤ ਦੇ ਜੀਵਨ ਦੇ ਵਿੱਚ ਪਰਮੇਸ਼ਰ ਨੇ ਕੀ ਦਿੱਤਾ? ਇੱਕ ਕੰਮ ਦਿੱਤਾ। ਕਿਹੜਾ ਕੰਮ? ਗਵਾਹੀ ਦਾ ਕੰਮ। ਹਾਂ, ਗਵਾਹੀ ਦਾ ਕੰਮ ਪ੍ਰਭੂ ਯਿਸੂ ਮਸੀਹ ਨੇ ਉਸ ਸਾਮਰੀ ਔਰਤ ਦੇ ਜੀਵਨ ਦੇ ਵਿੱਚ ਦਿੱਤਾ। ਅੱਜ ਵੀ ਦੇਖੋ ਜਿੰਨੇ ਵੀ ਲੋਕ ਨੇ, ਅੱਜ ਕੀ ਹੈ, ਹਰ ਇੱਕ ਇਨਸਾਨ ਦੇ ਜੀਵਨ ਦੇ ਵਿੱਚ ਕੋਈ ਨਾ ਕੋਈ ਪਰਮੇਸ਼ਵਰ ਨੇ ਕੰਮ ਕੀਤਾ ਹੀ ਹੈ। ਔਰ ਜੋ ਕੰਮ ਕੀਤਾ ਪਰਮੇਸ਼ਵਰ ਨੇ ਉਹ ਕੀ ਹੈ? ਉਹਦਾ ਜੀਵਨ ਦੀ ਇੱਕ ਗਵਾਹੀ ਹੈ। ਹੁਣ ਜਦ ਉਹ ਔਰਤ ਜਿਹਨੇ 5 ਪਤੀ ਕੀਤੇ ਨੇ 6ਵੇਂ ਨਾਲ ਇਸ ਤਰ੍ਹਾਂ ਰਹਿ ਰਹੀ ਹੈ ਔਰ ਜਦ ਆਪਣੇ ਜੀਵਨ ਦੀ ਗਵਾਹੀ ਦੇ ਕੇ ਉਹ ਪੂਰੇ ਪਿੰਡ ਨੂੰ ਬਚਾ ਸਕਦੀ ਹੈ, ਤਾਂ ਪ੍ਰਭੂ ਯਿਸੂ ਮਸੀਹ ਨੇ ਜੋ ਤੁਹਾਡੇ ਜੀਵਨ ਵਿੱਚ ਕੰਮ ਕੀਤਾਗਾ, ਕਿ ਤੁਸੀਂ ਲੋਕ ਉਸ ਪਰਮੇਸ਼ਵਰ ਦਾ ਕੰਮ ਨਹੀਂ ਕਰ ਸਕਦੇ? ਉਹ ਪਰਮੇਸ਼ਵਰ ਦਾ ਕੰਮ ਕੀ ਆਪਾਂ ਨਹੀਂ ਕਰ ਸਕਦੇ? ਉਸ ਸਾਮਰੀ ਔਰਤ ਨਾਲੋਂ ਜਿਹੜੇ ਆਪਣੇ ਜੀਵਨ ਦੀ ਐਡੀ ਵੱਡੀ ਗਵਾਹੀ ਦੇ ਰਹੀ ਹੈ, ਉਹ ਹੁਣ ਸ਼ਰਮਾ ਨਹੀਂ ਰਹੀ, ਉਹ ਹੁਣ ਘਬਰਾਉਂਦੀ ਨਹੀਂ ਹੈ ਕਿ ਲੋਕ ਮੇਰੇ ਬਾਰੇ ਕੀ ਸੋਚਣਗੇ। ਲੇਕਿਨ ਜਦ ਉਹਨੇ ਗਵਾਹੀ ਦਿੱਤੀ ਤਾਂ ਪੂਰਾ ਪਿੰਡ ਹਿੱਲ ਗਿਆ, ਪੂਰਾ ਪਿੰਡ ਹਿੱਲ ਗਿਆ। ਲੇਕਿਨ ਉਸ ਤੋਂ ਬਾਅਦ ਸਾਰਾ ਪਿੰਡ ਯਿਸੂ ਮਸੀਹ ਦੇ ਕੋਲ ਲੈ ਕੇ ਆਈ ਉਹ। ਇਹਦਾ ਮਤਲਬ ਕੀ ਕਿ ਪ੍ਰਭੂ ਯਿਸੂ ਮਸੀਹ ਕੀ ਚਾਹੁੰਦੇ ਨੇ ਕਿ ਤੁਸੀਂ ਲੋਕ ਵੀ ਕੀ ਕਰੋ? ਆਪਣੇ ਜੀਵਨ ਦੀ ਗਵਾਹੀ ਦਿਓ। ਤੁਹਾਡੇ ਜੀਵਨ ਦੇ ਵਿੱਚ ਪ੍ਰਭੂ ਯਿਸੂ ਮਸੀਹ ਜੋ ਵੀ ਕੰਮ ਕਰ ਰਹੇ ਨੇ ਆਪਣੇ ਜੀਵਨ ਦੀ ਕੀ ਦਿਓ? ਤੁਸੀਂ ਗਵਾਹੀ ਦਿਓ। ਇਹ ਕੀ ਹੈ? ਇਹ ਤਾਂ ਦਿੱਤਾ ਹੋਇਆ ਪਰਮੇਸ਼ਵਰ ਵੱਲੋਂ ਇੱਕ ਕੰਮ ਹੈ। ਔਰ ਜੋ ਕੰਮ ਕਿਹਨੇ ਕਰਨਾਗਾ? ਉਹ ਤਾਂ ਆਪਾਂ ਨੇ ਮਿਲ ਕੇ ਕਰਨਾਗਾ। ਹਾਲੇਲੂਇਆ, ਹਾਲੇਲੂਇਆ। ਪਰਮੇਸ਼ਵਰ ਨੇ ਕੀ ਹੈ? ਇਹ ਤਾਂ ਹਰ ਇੱਕ ਇਨਸਾਨ ਨੂੰ ਇੱਕ ਇੱਕ ਕੰਮ ਦਿੱਤਾ ਹੋਇਆਗਾ, ਜੋ ਕੰਮ ਆਪਾਂ ਸਾਰਿਆਂ ਨੇ ਮਿਲ ਕੇ ਕਰਨਾਗਾ। ਔਰ ਕੰਮ ਕਿਹਦਾ? ਉਹ ਕੰਮ ਦਾ ਪ੍ਰਭੂ ਯਿਸੂ ਮਸੀਹ ਦਾ ਗਾ। ਔਰ ਜ਼ਿਆਦਾਤਰ ਲੋਕ ਦੇਖੋ ਇੱਕ ਗੱਲ ਕਹਿੰਦੇ ਨੇ ਕਿ ਇਨਸਾਨ ਧਰਤੀ ਉੱਪਰ ਆਇਆਗਾ, ਉਹ ਖਾਲੀ ਹੱਥ ਆਇਆਗਾ ਔਰ ਖਾਲੀ ਹੱਥ ਜਾਏਗਾ। ਲੇਕਿਨ ਸਹੀ ਦੇ ਵਿੱਚ ਸਾਡੇ ਜੋ ਪਰਮੇਸ਼ਵਰ ਕਹਿੰਦੇ ਨੇ ਕਿ ਇਨਸਾਨ ਬੇਸ਼ੱਕ ਖਾਲੀ ਹੱਥ ਆਇਆਗਾ, ਇਨਸਾਨ ਆਪਣੇ ਨਾਲ ਚਾਹੇ ਕੁਝ ਵੀ ਨਹੀਂ ਲੈ ਕੇ ਆਇਆ, ਲੇਕਿਨ ਇੱਕ ਗੱਲ ਹੈ ਕਿ ਇਨਸਾਨ ਦਾ ਜੋ ਕੰਮ ਹੈ, ਉਸਨੇ ਧਰਤੀ ਉੱਪਰ ਜੋ ਕੰਮ ਕੀਤੇ ਨੇ, ਜਿਸ ਤਰ੍ਹਾਂ ਦੇ ਕੰਮ ਕੀਤੇ ਨੇ, ਉਹ ਉਸ ਦੇ ਨਾਲ ਜਾਣਗੇ, ਉਸ ਦੇ ਨਾਲ ਜਾਣਗੇ। ਕਿਉਂਕਿ ਲਿਖਿਆ ਬਾਈਬਲ ਦੇ ਵਿੱਚ ਪ੍ਰਕਾਸ਼ ਦੀ ਪੋਥੀ ਉਹਦਾ 20 ਅਧਿਆਇ ਉਹਦਾ 12 ਵਚਨ ਪੜ੍ਹੋ। ਉਹਦੀਆਂ ਆਖੀਆਂ ਅੱਗ ਦੀ ਲਾਟ ਹਨ। 20 ਦੀ 12। ਅਤੇ ਮੈਂ ਮੁਰਦਿਆਂ ਨੂੰ ਕੀ ਵੱਡੇ ਕੀ ਛੋਟੇ ਸਿੰਘਾਸਨ ਦੇ ਅੱਗੇ ਖਲੋਤਿਆਂ ਵੇਖਿਆ ਅਤੇ ਪੋਥੀਆਂ ਖੋਲੀਆਂ ਗਈਆਂ ਅਤੇ ਇੱਕ ਹੋਰ ਪੋਥੀ ਜਿਹੜੀ ਜੀਵਨ ਦੀ ਪੋਥੀ ਹੈ ਖੋਲੀ ਗਈ ਅਤੇ ਮੁਰਦਿਆਂ ਦਾ ਨਿਆਂ ਪੋਥੀਆਂ ਵਿੱਚ ਲਿਖੀਆਂ ਹੋਈਆਂ ਗੱਲਾਂ ਤੋਂ ਉਹਨਾਂ ਦੀਆਂ ਕਰਨੀਆਂ ਦੇ ਅਨੁਸਾਰ ਕੀਤਾ ਗਿਆ। ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ। ਦੇਖੋ ਪਰਮੇਸ਼ਰ ਦਾ ਵਚਨ ਕੀ ਦੱਸਦਾ ਹੈ ਕਿ ਜਦ ਕੀ ਛੋਟੇ ਤੋਂ ਲੈ ਕੇ ਵੱਡਿਆਂ ਤੱਕ ਸਾਰੇ ਲੋਕੀ ਹੋਏ ਪਰਮੇਸ਼ਰ ਦੇ ਨਿਆਂ ਸਿੰਘਾਸਨ ਦੇ ਸਾਹਮਣੇ ਖੜੇ ਹੋਏ। ਔਰ ਉਹਦੇ ਵਿੱਚ ਕੀ ਸੀ ਕਿ ਉੱਥੇ ਇੱਕ ਜੀਵਨ ਦੀ ਪੋਥੀ ਸੀ, ਜੀਵਨ ਦੀ ਕਿਤਾਬ ਸੀ, ਉਹ ਖੋਲੀ ਗਈ। ਲੇਕਿਨ ਜਦ ਉਹ ਖੋਲੀ ਗਈ ਤਾਂ ਹੋਇਆ ਕੀ ਹੋਇਆ ਸੀਗਾ? ਪੋਥੀ ਖੋਲਣ ਤੋਂ ਬਾਅਦ ਨਿਆਂ ਹੋਇਆ। ਕਿਹੜੀ ਚੀਜ਼ਾਂ ਦਾ? ਕਰਨੀ ਵਾਲਾ ਕੰਮਾਂ ਦੇ ਅਨੁਸਾਰ ਨਿਆਂ ਹੋਇਆ। ਮਤਲਬ ਅੱਜ ਕੋਈ ਵੀ ਇਨਸਾਨ ਅਗਰ ਧਰਤੀ ਉੱਪਰ ਕੰਮ ਕਰਦਾ ਹੈਗਾ, ਕੋਈ ਵੀ ਕੰਮ ਕਰਦਾ ਹੈਗਾ, ਤਾਂ ਕੀ ਹੋਏਗਾ? ਉਹਦਾ ਉਹਨੂੰ ਬਦਲਾ ਮਿਲੇਗਾ, ਉਸ ਇਨਸਾਨ ਨੂੰ ਉਹਦਾ ਬਦਲਾ ਦਿੱਤਾ ਜਾਏਗਾ। ਹੁਣ ਦੇਖੋ ਕੋਈ ਵੀ ਇਨਸਾਨ ਇਸ ਧਰਤੀ ਉੱਪਰ ਕੰਮ ਕਰੇ, ਅਗਰ ਝੂਠ ਬੋਲੇ, ਲੜਾਈ ਝਗੜਾ ਕਰੇ, ਨਸ਼ਾ ਕਰੇ, ਕੁਝ ਵੀ ਕਰੇ ਤਾਂ ਉਹਨੂੰ ਉਹਦਾ ਫਲ ਮਿਲੇਗਾ। ਅਗਰ ਕੋਈ ਇਨਸਾਨ ਇਸ ਧਰਤੀ ਉੱਪਰ ਇਹ ਸਾਰੇ ਕੰਮ ਨਹੀਂ ਕਰਦਾ, ਅਗਰ ਉਹ ਕੰਮ ਪਰਮੇਸ਼ਵਰ ਦਾ ਕਰਦਾ ਹੈਗਾ, ਤਾਂ ਫਿਰ ਉਹਨੂੰ ਉਸਦਾ ਬਦਲਾ ਮਿਲੇਗਾ। ਕਿਉਂਕਿ ਪਰਮੇਸ਼ਵਰ ਦਾ ਕੰਮ ਬਹੁਤ ਹੈ। ਸਹੀ ਦੇ ਵਿੱਚ ਇਸ ਧਰਤੀ ਉੱਪਰ ਪਰਮੇਸ਼ਵਰ ਦਾ ਬਹੁਤ ਜ਼ਿਆਦਾ ਕੰਮ ਹੈ। ਧਰਤੀ ਉੱਪਰ
बहुत ज्यादा परमेश्वर का काम है। लेकिन की है कि जो कामे ने, कामा मतलब की मजदूर, मजदूर थोड़े ने। परमेश्वर खुद कहते हैं प्रभु यीशु मसीह कि फसल तो बहुत है, फसल बहुत है लेकिन वाढे थोड़े। वाढे कौन? मतलब मजदूर। हुण देखो अज के जो सेवक लोग ने, अज के सेवक लोग मतलब मजदूर नहीं बनना चाहते। अज के सेवक लोग की बनते ने? साहब। साहब मतलब कि चंगे सूट बूट, चंगे कपड़े, चंगी टाई, चंगा कोट पैंट, चंगी गड्डी। मतलब कि जो सेव मतलब जो मजदूर वाली गल है वो मजदूरी सेवकों को देखने को मिलती ही नहीं। सेवक को वो मजदूरी देखने को मिलती नहीं। जब कि प्रभु यीशु मसीह नूं की चाहिए ने? वो तो वाढे चाहिए ने, वो तो मजदूर चाहिए ने। हुण एक मजदूर देखो, कदे मजदूर की हालत कैसी होंदी है, मजदूर का पहरावा कैसा होंदा है। हुण मजदूर नूं कदे भी अपने कपड़े तक नहीं हुंदा, मजदूर नूं कदे भी अपने चंगे बूटां तक नहीं हुंदा। उहनूं की मैं मजदूरी वास्ते चलिआगा, मैं मजदूरी वास्ते चलांगा। लेकिन जब वही मजदूर किसी विआह शादी विच होवे जां ओह मजदूर किसी आराम करदा हो जिदन, फिर उसकी टौर देखो, फिर वो लगता ही नहीं कि की है, ये तो मजदूर नहीं है। क्यों? फिर जब काम नहीं कर रहा, उसके कोई काम नहीं है, फिर की है, फिर वो बड़े ठाठ बाट होंगे ने। फिर लोग उन्हें देखते हैं, ये तो मजदूर सीगा, ये तो इदा रहिंदा सीगा, ये तो इदा रहिंदा सीगा। मैं अपने घर दे विच देखिया जब साडे इत्थे काम करदे सी घर दा, तां एक लड़का सी इत्थे, वो वधिया पढ़दा सीगा, मतलब BA कर रहा सीगा जो भी। उस तो बाद की होया कि एक दिन मैं उसनूं देखिया बस स्टैंड दे विच, तो उन्हें बड़ा वधिया सूट वूट पाए हुए वधिया लग्या जी। ते मैं देख के हैरान, चलो मुलाकात हुई, गलबात की, मैं तुसीं? कहंदा मैं कॉलेज जा रहा गा। ते मैनूं चंगा लग्या भी चलो पढ़ाई कर रहा, मेहनत भी कर रहा। लेकिन देखने वाली गल सी, जद वो मजदूरी करदा सीगा तां उसनूं सही दे विच वो कपड़िਆਂ ਦੇ ਵਿੱਚ ਦੇਖਿਆ नहीं कदे। लेकिन जब वो हुण अपने काम ਲਈ जा रहा, पढ़ाई ਲਈ जा रहा ਜਾਂ कुछ भी जा रहा, लेकिन ਉਹਦੇ कपड़े वो तो बड़े ठाठ बाट वाले सीगे। कहने का मतलब कि परमेश्वर की कहते हैं कि जो भी इंसान काम करता है उन्हें उसका की मिलेगा, उन्हें उसका बदला मिलेगा। अगर धरती उपर इंसान चोरी करता गा, नशा करता गा, लड़ाई झगड़ा करता गा, कुछ भी करता गा, उन्हें उसका बदला मिलेगा। और कोई इंसान अगर समय की बेकदरी करता गा, उन्होंने उसका बदला मिलेगा। अगर कोई इंसान परमेश्वर का काम करता गा तो उसनों उसका बदला मिलेगा। हुण देखो सामरी औरत ने की कीता, उसने तो पूरा पिंड यीशु मसीह को लेके आई, लेकिन की परमेश्वर उसनों बदला नहीं देंगे? उसनों परमेश्वर का बदला देंगे। लेकिन इसका मतलब कि परमेश्वर की चाहते हैं कि परमेश्वर का काम किया जाए। और पढ़ो मत्ती 5 अध्याय 14 वचन। ਤੁਸੀਂ ਜੱਟ ਦੇ ਚਾਨਣ ਹੋ, ਜਿਹੜਾ ਨਗਰ ਪਹਾੜ ਤੇ ਵਸਦਾ ਹੈ ਉਹ ਗੁੱਝਾ ਨਹੀਂ ਰਹਿੰਦਾ। 16 ਪੜੋ। ਇਸੇ ਤਰ੍ਹਾਂ ਤੁਹਾਡਾ ਚਾਨਣ ਮਨੁੱਖਾਂ ਦੇ ਸਾਹਮਣੇ ਚਮਕੇ, ਤਾਂ ਜੋ ਉਹ ਤੁਹਾਡੇ ਸ਼ੁਭ ਕਰਮ ਵੇਖ ਕੇ ਤੁਹਾਡੇ ਪਿਤਾ ਦੀ ਜਿਹੜਾ स्वर्ग ਵਿੱਚ है ਵਡਿਆਈ ਕਰਨ। हाँ जी, हिंदी पढ़ो 16। उसी प्रकार तुम्हारा उजियाला मनुष्यों के सामने चमके कि वह तुम्हारे बड़े कामों को देखकर तुम्हारे पिता की जो स्वर्ग में है बड़ाई करें। हालेलुया, हालेलुया। प्रभु यीशु मसीह कहते हैं की करें कि ਤੁਹਾਡੇ ਭਲੇ ਕੰਮ ਦੇਖ ਕੇ ਕਿਹਦੀ ਵਡਿਆਈ ਹੋਵੇ? ਪਿਤਾ ਦੀ ਵਡਿਆਈ ਹੋਵੇ। ਇਹਦਾ ਮਤਲਬ ਕਿ ਵਡਿਆਈ ਹੋਵੇ ਕਿਹਦੀ ਹੋਵੇ? ਪ੍ਰਭੂ ਯੀਸ਼ੂ ਮਸੀਹ ਦੀ, ਮਤਲਬ ਪਿਤਾ ਦੀ ਵਡਿਆਈ ਹੋਵੇ। ਕਿਹਦੇ ਕਰਕੇ? ਕਿਹਦੇ ਕਰਕੇ ਹੋਵੇ? ਤੁਹਾਡੇ ਕੰਮਾਂ ਭਲੇ ਕੰਮਾਂ ਕਰਕੇ। ਇਹਦਾ मतलब कि भला काम ਕਿਹੜਾ ਗਾ? ਕਿਸੇ ਇਨਸਾਨ ਨੂੰ ਰੋਟੀ ਖਵਾਉਣਾ, ਕਿਸੇ ਇਨਸਾਨ ਨੂੰ ਕੱਪੜੇ ਦੇਣਾ, ਜਾਂ ਫਿਰ ਕਿਸੇ ਇਨਸਾਨ ਨੂੰ ਸਿੱਧਾ ਸਵਰਗ ਵਿੱਚ ਲੈ ਕੇ ਜਾਣਾ। ਜਿਹੜਾ ਇਨਸਾਨ ਨੂੰ ਸਵਰਗ ਵਿੱਚ ਲੈ ਕੇ ਜਾਣਾ, ਸਵਰਗ ਤੱਕ ਤਿਆਰ ਕਰਨਾ, ਇਹ ਕੀ ਹੈ? ਇਹ ਭਲਾ ਕੰਮ ਹੈ। ਅੱਜ ਕਿਸੇ ਇਨਸਾਨ ਨੂੰ ਭੁੱਖਾ ਗਾ ਨੂੰ ਰੋਟੀ ਖਵਾ ਦਿਓ, ਇਹ ਕੋਈ ਭਲਾ ਕੰਮ ਨਹੀਂ ਦੇਖਿਆ ਜਾਵੇ ਤਾਂ। ਕਿਉਂ? ਕੱਲ ਨੂੰ ਫਿਰ ਉਸਨੂੰ ਭੁੱਖ ਲੱਗੇਗੀ, ਜਾਂ 2 ਘੰਟੇ ਬਾਅਦ ਫਿਰ ਉਸਨੂੰ ਭੁੱਖ ਲੱਗ ਜਾਏਗੀ। ਅਗਰ ਕੋਈ ਇਨਸਾਨ ਫਟੇ ਪੁਰਾਣੇ ਕੱਪੜਿਆਂ ਵਿੱਚ ਹੈ ਤਾਂ ਉਸਨੂੰ ਕੀ ਕਰੋਗੇ? ਉਸਨੂੰ ਕੱਪੜੇ ਦੇ ਦੋਗੇ। ਚਲੋ ਉਹਦਾ ਮਹੀਨਾ 2 ਮਹੀਨੇ ਨਿਕਲ ਜਾਣਗੇ, ਲੇਕਿਨ ਉਹਦੀ ਹਾਲਤ ਤਾਂ ਫਿਰ ਐਸੀ ਹੋ ਜੂਗੀ। ਅਗਰ ਉਸੇ ਇਨਸਾਨ ਨੂੰ ਪ੍ਰਭੂ ਯਿਸੂ ਮਸੀਹ ਨਾਲ ਜੋੜ ਦਿੱਤਾ ਜਾਵੇ ਤਾਂ ਪ੍ਰਭੂ ਯਿਸੂ ਮਸੀਹ ਦੀ ਕੀ ਕਰਨਗੇ? ਦੇਖਭਾਲ ਕਰਨਗੇ। ਉਹ ਭੁੱਖਾ ਨਹੀਂ ਰਹਿ ਸਕਦਾ, ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਇਜ਼ਰਾइल ਦੇਸ਼ ਦੇ ਲੋਕਾਂ ਨੂੰ 40 ਸਾਲ ਤੱਕ ਕੀ ਖਵਾਇਆ? ਖਾਣਾ ਖਵਾਇਆ ਉਹਨਾਂ ਨੂੰ। ਔਰ 40 ਸਾਲ ਤੱਕ ਉਹਨਾਂ ਨੂੰ ਕਦੇ ਵੀ ਕੱਪੜੇ ਦੀ ਲੋੜ ਨਹੀਂ ਪਈ, ਕਦੇ ਜੁੱਤੀ ਦੀ ਲੋੜ ਨਹੀਂ ਪਈ। ਕਿਉਂ? ਕਿਉਂਕਿ ਪਰਮੇਸ਼ਵਰ ਉਹਨਾਂ ਦੀ
ਦੇਖ ਭਲਾ ਕਰਦਾ ਸੀਗਾ। ਅੱਜ ਲੋਕਾਂ ਨੂੰ ਭਲਾ ਕੀ ਕੰਮ ਕੀ ਲੱਗਦਾ ਆਪਣਾ, ਕਿ ਚਲੋ ਕਿਸੇ ਦੀ ਗਰੀਬ ਦੀ ਸਹਾਇਤਾ ਕਰ ਦੋ, ਕਿਸੇ ਨੂੰ ਖਾਣਾ ਖਵਾ ਦੋ, ਕਿਸੇ ਦੇ ਕੱਪੜੇ ਪਵਾ ਦੋ। ਇਹ ਕੀ ਹੈ? ਇਹ ਭਲਾ ਕੰਮ ਹੈ। ਲੇਕਿਨ ਸਹੀ ਦੇ ਵਿੱਚ ਭਲਾ ਕੰਮ ਕਿਹੜਾ ਹੈਗਾ? ਕਿ ਜਦ ਕੋਈ ਇਨਸਾਨ ਦਾ ਰਿਸ਼ਤਾ ਪਰਮੇਸ਼ਰ ਨਾਲ ਜੋ ਟੁੱਟਿਆ ਹੋਇਆਗਾ, ਉਸ ਰਿਸ਼ਤੇ ਨੂੰ ਪਰਮੇਸ਼ਰ ਨਾਲ ਦੁਬਾਰਾ ਜੋੜ ਦਿੱਤਾ ਜਾਏ। ਇਹ ਕੀ ਹੈ? ਇਹ ਭਲਾ ਕੰਮ ਹੈ। ਔਰ ਇਹੀ ਕੰਮ ਪਰਮੇਸ਼ਰ ਇਨਸਾਨ ਦੇ ਕੋਲੋਂ ਲੈਣਾ ਚਾਹੁੰਦੇ ਨੇ। ਹਾਲੇਲੂਇਆ, ਹਾਲੇਲੂਇਆ। ਇਹੀ ਕੰਮ ਪਰਮੇਸ਼ਰ ਚਾਹੁੰਦੇ ਨੇ ਕਿ ਇਨਸਾਨ ਕੀ ਕਰੇ? ਇਹ ਪਰਮੇਸ਼ਰ ਦਾ ਕੰਮ ਕਰੇ। ਲੇਕਿਨ ਅੱਜ ਇਨਸਾਨ ਨੂੰ ਕੀ ਲੱਗਦਾਗਾ? ਅਸੀਂ ਬਚ ਗਏ, ਬਸ ਇੰਨਾ ਹੀ ਬਹੁਤ ਹੈ। ਅਸੀਂ ਨੂੰ ਘਰੇ ਬਹਿ ਕੇ ਪ੍ਰਾਰਥਨਾ ਹੀ ਕਰਦੇ ਹਾਂ ਜੀ, ਬੰਦਗੀ ਵਿੱਚ ਵੀ ਕਦੇ ਕਦੇ ਜਾਂਦੇ ਹਾਂ, ਜਾਂ ਘਰੇ ਬੈਠ ਕੇ ਕਦੇ ਕਦੇ ਬਾਈਬਲ ਪੜ੍ਹ ਲੈਂਦੇ ਹਾਂ। ਅਸੀਂ ਬਚ ਗਏ, ਹੁਣ ਦੂਜੇ ਤੀਜੇ ਬਚੇ ਚਾਹੇ ਨਾ ਬਚੇ। ਲੇਕਿਨ ਪਰਮੇਸ਼ਰ ਕੀ ਕਹਿੰਦੇ ਨੇ? ਕੰਮ ਕਰੋ। ਕੀ ਬਣੋ? ਵਾਢੇ ਬਣੋ, ਮਜ਼ਦੂਰ ਬਣੋ, ਕਿਉਂਕਿ ਫਸਲ ਬਹੁਤ ਹੈ। ਫਸਲ ਬਹੁਤ ਹੈ ਲੇਕਿਨ ਮਜ਼ਦੂਰ ਘੱਟ ਨੇ ਮੇਰੇ ਲਵੇ। ਲੇਕਿਨ ਅੱਜ ਦੇ ਸੇਵਕ ਲੋਕ ਵੀ, ਮੈਂ ਵਾਰ-ਵਾਰ ਸੇਵਕਾਂ ਦੇ ਖਿਲਾਫ ਨਹੀਂ ਬੋਲਦਾ, ਲੇਕਿਨ ਮੈਂ ਸੇਵਕ ਲੋਕਾਂ ਨੂੰ ਦੇਖਦਾਗਾ। ਅੱਜ ਸੇਵਕ ਲੋਕ ਦੇ ਲਵੇ ਚੰਗੀ ਗੱਡੀ, ਚੰਗਾ ਮੋਟਰਸਾਈਕਲ। ਅਗਰ ਕਿਸੇ ਨੂੰ ਜ਼ਰੂਰਤ ਪੈ ਗਈ ਪ੍ਰਾਰਥਨਾ ਦੀ, ਸੇਵਕ ਨੂੰ ਫੋਨ ਕੀਤਾ, ਆਜੋ ਪਾਠ ਸਾਹਿਬ ਪ੍ਰਾਰਥਨਾ ਲਈ, ਤਾਂ ਸੇਵਕ ਕੀ ਕਹੇਗਾ? ਮੈਂ ਨਹੀਂ ਆ ਸਕਦਾ, ਧੁੱਪ ਉੱਪਰੋਂ ਗਰਮੀ ਆ, ਤੁਸੀਂ ਆ ਜਾਓ, ਤੁਸੀਂ ਆ ਜਾਓ। ਜਾਂ ਫਿਰ ਮੈਂ ਸ਼ਾਮ ਨੂੰ ਆਊਂਗਾ, ਠੰਡੇ ਹੋਏ ਆਊਂਗਾ ਤੁਹਾਡੇ ਲਵੇ। ਜਾਂ ਮੈਂ ਅੱਜ ਨਹੀਂ ਉੱਠ ਸਕਦਾ, 2-4 ਦਿਨ ਠਹਿਰ ਕੇ ਆਊਂਗਾ, ਜਦ ਮੇਰਾ ਇੱਧਰ ਗੇੜਾ ਹੋਇਆ। ਮਜ਼ਦੂਰ ਨੂੰ ਕੀ ਲੱਗੇ ਧੁੱਪ ਨਾਲ? ਮਜ਼ਦੂਰ ਨੂੰ ਕੀ ਲੱਗੇ? ਮਜ਼ਦੂਰ ਨੂੰ ਚਾਹੇ ਜਿੰਨੀ ਮਰਜ਼ੀ ਗਰਮੀ ਪੈਂਦੀ ਹੈ, ਜਿੰਨੀ ਮਰਜ਼ੀ ਮਤਲਬ ਠੰਡ ਪੈਂਦੀ ਹੋਵੇ, ਮਜ਼ਦੂਰ ਕੀ ਕਰੇਗਾ? ਉਹ ਤਾਂ ਮਜ਼ਦੂਰੀ ਲਈ ਆਪਣਾ ਬਾਹਰ ਜਾਏਗਾ ਹੀ ਜਾਏਗਾ। ਉਹਨੂੰ ਪਤਾਗਾ ਮੈਂ ਕੌਣ ਆ, ਮੈਂ ਤਾਂ ਮਜ਼ਦੂਰ ਆ, ਮੈਂ ਤਾਂ ਮਜ਼ਦੂਰੀ ਕਰਨੀ ਹੈ। ਲੇਕਿਨ ਜੋ ਅੱਜ ਦੇ ਸੇਵਕ ਲੋਕ ਨੇ, ਉਹ ਮਜ਼ਦੂਰ ਬਣਨਾ ਨਹੀਂ ਚਾਹੁੰਦੇ। ਉਹ ਕੀ ਬਣਦੇ ਨੇ? ਅੱਜ ਤਾਂ ਪਾਸਟਰ ਬਣ ਗਏ ਆ। ਪਾਸਟਰ ਬਣ ਗਏ, ਨਾ ਜਾਣੇ ਕੀ ਬਣ ਗਏ। ਉਹ ਤਾਂ ਸਹੀ ਦੇ ਵਿੱਚ ਉਹਨਾਂ ਨੂੰ ਕੀ ਲੱਗਦਾਗਾ ਕਿ ਜੋ ਸਾਨੂੰ ਅਹੁਦਾ ਮਿਲ ਚੁੱਕਿਆਗਾ, ਉਹ ਤਾਂ ਬਹੁਤ ਵੱਡਾ ਅਹੁਦਾ ਮਿਲ ਚੁੱਕਿਆਗਾ। ਉਹ ਕੀ ਹੈ? ਉਹਦਾ ਬਹੁਤ ਵੱਡਾ ਅਹੁਦਾ ਮਿਲ ਚੁੱਕਿਆਗਾ। ਹੁਣ ਮਤਲਬ ਕੀ ਕਿ ਹੁਣ ਸਾਨੂੰ ਕਿਸੇ ਦੀ ਜ਼ਰੂਰਤ ਨਹੀਂ ਹੈ, ਜਿਹਨੂੰ ਜ਼ਰੂਰਤ ਹੈ ਖੁਦ ਸਾਡੇ ਲਈ ਚੱਲ ਕੇ ਆਏ। ਮਤਲਬ ਇਹ ਲੋਕਾਂ ਨੂੰ ਜ਼ਿਆਦਾਤਰ ਲੱਗਦਾ ਅੱਜ। ਲੇਕਿਨ ਪ੍ਰਭੂ ਯਿਸੂ ਕੀ ਕਹਿੰਦੇ ਨੇ? ਕਿ ਮੇਰਾ ਕੰਮ ਕੀ ਹੈ? ਮੇਰਾ ਕੰਮ ਕਰੋ। ਇੱਕ ਵਾਰ ਇੱਕ ਇਨਸਾਨ ਸੀਗਾ, ਉਸਨੇ ਕੀ ਕੀਤਾ ਸੀਗਾ? ਬਾਈਬਲ ਦੇ ਵਿੱਚ ਲਿਖਿਆ, ਪ੍ਰਭੂ ਯਿਸੂ ਦੀ ਗੱਲ ਕਰ ਰਹੇ ਨੇ ਕਿ ਸਵਰਗ ਦਾ ਰਾਜ ਐਸਾ ਹੈਗਾ। ਗੱਲ ਸੁਣੋ ਧਿਆਨ ਨਾਲ ਬਹੁਤ, ਕਿ ਪ੍ਰਭੂ ਯਿਸੂ ਕੀ ਗੱਲ ਕਹਿ ਰਹੇ ਨੇ? ਕਿ ਸਵਰਗ ਦਾ ਰਾਜ ਐਸਾ ਹੈਗਾ। ਗੱਲ ਕਰ ਰਹੇ ਨੇ ਪ੍ਰਭੂ ਯਿਸੂ ਸਵਰਗ ਦੀ। ਲੇਕਿਨ ਗੱਲ ਕਿਹਦੀ ਕਰ ਰਹੇ ਨੇ? ਉਹ ਸੰਸਾਰ ਨੂੰ ਲੈ ਕੇ ਗੱਲ ਕਰ ਰਹੇ ਨੇ। ਕਿਸ ਤਰ੍ਹਾਂ? ਕਿ ਇੱਕ ਇਨਸਾਨ ਸੀਗਾ, ਉਹਨੇ ਕੀ ਕੀਤਾ? ਇੱਕ ਅੰਗੂਰੀ ਬਾਗ ਲਾਇਆ। ਔਰ ਉਸਨੇ ਕੀ ਦੇਖਿਆ? ਕਿ ਮੇਰਾ ਬਾਗ ਹੈ, ਇਹਦੇ ਵਿੱਚ ਤਾਂ ਮੈਨੂੰ ਮਜ਼ਦੂਰਾਂ ਦੀ ਲੋੜ ਹੈ। ਔਰ ਉਹ ਮਾਲਕ ਜਦ ਘਰੋਂ ਬਾਹਰ ਨਿਕਲਿਆ ਤਾਂ ਉਸਨੇ ਕੁਝ ਲੋਕਾਂ ਨੂੰ ਦੇਖਿਆ। ਉਹਨਾਂ ਨੂੰ ਪੁੱਛਿਆ, ਭਾਈ ਸਾਹਿਬ ਤੁਸੀਂ ਮੇਰੇ ਬਾਗ ਵਿੱਚ ਕੰਮ ਕਰੋ, ਔਰ ਤੁਹਾਡਾ ਜੋ ਬਣਦਾਗਾ ਮੈਂ ਤੁਹਾਨੂੰ ਦੇਵਾਂਗਾ। ਮਤਲਬ ਕਿ ਗੱਲ ਤੈਅ ਹੋ ਗਈ ਠਿਆਨੀ ਦੇ ਵਿੱਚ, 50 ਪੈਸੇ ਦੇ ਵਿੱਚ ਗੱਲ ਤੈਅ ਹੋ ਗਈ। ਤਾਂ ਉਹ ਲੋਕ ਚਲੇ ਗਏ ਕੰਮ ਕਰਨ ਦੇ ਲਈ ਉੱਥੇ। ਉਸ ਤੋਂ ਬਾਅਦ 9 ਵਜੇ ਬੰਦੇ ਮਿਲੇ, ਉਸ ਤੋਂ ਬਾਅਦ ਦੁਪਹਿਰ ਨੂੰ ਬੰਦੇ ਮਿਲ ਗਏ, ਉਸ ਤੋਂ ਬਾਅਦ 3 ਵਜੇ ਬੰਦੇ ਮਿਲੇ, ਉਸ ਤੋਂ ਬਾਅਦ ਘੰਟਾ ਰਹਿ ਗਿਆ ਸੀਗਾ, ਉਦੋਂ ਬੰਦੇ ਮਿਲ ਗਏ। ਇਸ ਤਰ੍ਹਾਂ ਉਹ ਸਾਰੇ ਮਾਲਕ ਨੇ ਇਕੱਠੇ ਕਰ ਲਏ ਉੱਥੇ, ਇਕੱਠੇ ਕਰ ਲਏ ਮਾਲਕ ਨੇ ਉੱਥੇ। ਕਹਿਣ ਦਾ ਮਤਲਬ ਕੀ? ਕਿ ਮੇਰਾ ਕੰਮ ਬਹੁਤ ਹੈ, ਮੇਰਾ ਕੰਮ ਬਹੁਤ ਹੈ। ਮਤਲਬ ਪ੍ਰਭੂ ਯਿਸੂ ਮਸੀਹ ਵੀ ਇਹੀ ਗੱਲ ਕਹਿੰਦੇ ਨੇ। ਹਾਲੇਲੂਇਆ, ਹਾਲੇਲੂਇਆ। ਪ੍ਰਭੂ ਯਿਸੂ ਮਸੀਹ ਕੀ ਕਹਿੰਦੇ ਨੇ? ਮੇਰਾ ਕੰਮ ਬਹੁਤ ਹੈ। ਲੇਕਿਨ ਪ੍ਰਭੂ ਯਿਸੂ ਮਸੀਹ ਚਾਹੀਦੇ ਕੀ ਨੇ? ਉਹ ਤਾਂ ਮਜ਼ਦੂਰ ਚਾਹੀਦੇ ਨੇ। ਲੇਕਿਨ ਕਦ ਤੱਕ? ਜਿਹੜਾ ਸੱਜਰੇ ਆਇਆ 9 ਵਜੇ ਆਇਆ ਉਹ ਵੀ ਆ ਜਾ, ਜਿਹੜਾ 12 ਵਜੇ ਆ ਗਿਆ ਤੂੰ ਵੀ ਆ ਜਾ, ਜਿਹੜਾ 3 ਵਜੇ ਆਇਆ ਤੂੰ ਵੀ ਆ ਜਾ। ਜੇ ਉਹ ਲੋਕ 5 ਵਜੇ ਛੁੱਟੀ ਕਰਨ ਵਾਲੇ ਸੀਗੇ, ਅਗਰ ਕੋਈ 4 ਵਜੇ ਮਿਲ ਗਿਆ ਤੂੰ ਵੀ ਆ ਜਾ। ਮਤਲਬ ਪ੍ਰਭੂ ਯਿਸੂ ਮਸੀਹ ਨੇ ਮਨਾ ਨਹੀਂ ਕੀਤਾ। ਉਹ ਗੱਲ ਪ੍ਰਭੂ ਯਿਸੂ ਮਸੀਹ ਸਵਰਗ ਦੀ ਗੱਲ ਕਰਦੇ ਨੇ ਕਿ ਸਵਰਗ ਦਾ ਰਾਜ ਐਸਾ ਹੈਗਾ। ਮਨਾ ਨਹੀਂ ਕੀਤਾ। ਪ੍ਰਭੂ ਯਿਸੂ ਮਸੀਹ ਨੇ ਦੱਸਿਆਗਾ ਕਿ ਪ੍ਰਭੂ ਯਿਸੂ ਮਸੀਹ ਕਹਿਣਾ ਕੀ ਚਾਹੁੰਦੇ ਨੇ? ਕਿ ਮੈਨੂੰ ਲੋੜ ਹੈ। ਚਾਹੇ ਕੋਈ 10 ਸਾਲ ਤੋਂ ਮਸੀਹ ਦੇ ਵਿੱਚ ਹੈ, ਅਗਰ ਉਹ ਪਰਮੇਸ਼ਰ ਦਾ ਕੰਮ ਕਰ ਰਿਹਾਗਾ ਤਾਂ ਕਰੀ ਜਾਵੇ। ਅਗਰ ਕੋਈ ਅੱਜ ਮਸੀਹ ਦੇ ਵਿੱਚ ਆ ਚੁੱਕਿਆਗਾ ਤਾਂ ਉਹ ਕੀ ਹੈ? ਉਹ ਅੱਜ ਕਰੇ, ਉਹ ਵੀ ਅੱਜ ਕਰੇ। ਮਤਲਬ ਪ੍ਰਭੂ ਯਿਸੂ ਮਸੀਹ ਨੂੰ ਅੱਜ ਵੀ ਲੋੜ ਹੈ ਮਜ਼ਦੂਰਾਂ ਦੀ, ਮਜ਼ਦੂਰਾਂ ਦੀ ਲੋੜ ਹੈ। ਹੁਣ ਦੇਖੋ, ਲੇਕਿਨ ਅੱਜ ਬਹੁਤੇ ਲੋਕਾਂ ਨੂੰ ਤਾਂ ਇਹੀ ਨਹੀਂ ਪਤਾ ਕਿ ਅਸੀਂ ਮਸੀਹ ਦੇ ਵਿੱਚ ਆ ਗਏ, ਸਾਡਾ ਕੰਮ ਕੀ ਹੈ। ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ। ਅੱਜ ਜ਼ਿਆਦਾਤਰ ਲੋਕਾਂ ਨੂੰ ਇਹੀ ਨਹੀਂ ਪਤਾ ਚੱਲਦਾ ਕਿ ਅਸੀਂ ਮਸੀਹ ਵਿੱਚ ਆਏ ਹੋਏ ਹਾਂ, ਲੇਕਿਨ ਸਾਡਾ ਕੰਮ ਕੀ ਹੈ। ਇੱਕ ਗੱਲ ਜਾਣਦਾ ਮੈਂ ਕਿ ਇਸ ਮਤਲਬ ਜ਼ਿਆਦਾਤਰ ਧਰਤੀ ਦੇ ਉੱਪਰ ਅਸੀਂ ਜਿੰਨੇ ਲੋਕਾਂ ਨੂੰ ਮਿਲਦੇ ਹਾਂ, ਜ਼ਿਆਦਾਤਰ ਅੱਜ ਤੱਕ ਮੈਂ ਜਿੰਨੇ ਵੀ ਦੇਖਦਾ ਜ਼ਿਆਦਾਤਰ ਪਾਸਟਰ ਦੇਖਦਾਗਾ, ਪਾਸਟਰ ਦੇਖਦਾ। ਮੈਂ ਵੀ ਪਾਸਟਰ ਹਾਂ, ਆਹ ਵੀ ਪਾਸਟਰ ਹੈ, ਉਹ ਵੀ ਪਾਸਟਰ ਹੈ, ਆਹ ਵੀ ਪਾਸਟਰ। ਮਤਲਬ ਜਿੰਨੇ ਦੇਖੋ ਸਾਰੇ ਪਾਸਟਰ ਨੇ। ਲੇਕਿਨ ਸਹੀ ਦੇ ਵਿੱਚ ਬਾਕੀ ਜੋ ਪਰਮੇਸ਼ਵਰ ਨੇ 4 ਲੋਕ ਦਿੱਤੇ ਨੇ, ਨਬੀ, ਪ੍ਰਚਾਰਕ,
ਤੇ ਰਸੂਲ ਤੇ ਟੀਚਰ, ਉਹਦਾ ਨਹੀਂ ਮਿਲਦੇ ਲੋਕ ਦੇਖਣ ਨੂੰ। ਅੱਜ ਜਿਵੇਂ ਦੇਖੋ ਉਹੀ ਪਾਸਟਰ, ਇੱਥੋਂ ਤੱਕ ਅਗਰ ਕੋਈ ਪਾਸਟਰ ਹੈ ਅੱਗੇ ਜਿਹੜਾ ਉਹਦਾ ਬੇਟਾ ਗਾ ਉਹ ਵੀ ਪਾਸਟਰ ਬਣੇਗਾ। ਇਹ ਤਾਂ ਉਹੀ ਕੰਮ ਹੋ ਜਾਂਦਾ ਜਿਹੜਾ ਰਾਜਨੀਤੀ ਦੇ ਵਿੱਚ ਹੁੰਦੀ ਹੈ। ਇੱਕ ਵਾਰ ਕੁਰਸੀ ਮਿਲ ਗਈ, ਕੁਰਸੀ ਉੱਪਰ ਆਪਣੇ ਪੈਰ ਜਮਾ ਲਓ, ਬਾਅਦ ਵਿੱਚ ਕੋਈ ਨਾ ਆਵੇ। ਲੇਕਿਨ ਸਹੀ ਦੇ ਵਿੱਚ ਜੋ ਕੰਮ ਹੈ, ਕੰਮ ਦੀ ਪਹਿਚਾਣ ਨਹੀਂ ਕਿਸੇ ਨੂੰ। ਜੋ ਕੰਮ ਦੀ ਪਹਿਚਾਣ ਹੋਣੀ ਚਾਹੀਦੀ ਹੈ ਉਹ ਕੰਮ ਦੀ ਪਹਿਚਾਣ ਹੀ ਨਹੀਂ। ਔਰ ਜਦ ਕੰਮ ਦੀ ਪਹਿਚਾਣ ਹੀ ਨਹੀਂ ਹੈ ਫਿਰ ਇਨਸਾਨ ਸਫਲ ਨਹੀਂ ਹੋ ਪਾ ਰਿਹਾ, ਸਫਲਤਾ ਨਹੀਂ ਮਿਲ ਪਾ ਰਹੀ ਇਨਸਾਨ ਨੂੰ। ਅਗਰ ਥੋੜਾ ਟਾਈਮ ਇਨਸਾਨ ਨੂੰ ਸਫਲਤਾ ਮਿਲਦੀ ਹੈ ਤਾਂ ਉਸ ਤੋਂ ਬਾਅਦ ਇਨਸਾਨ ਦੀ ਜੋ ਸੰਗਤ ਹੈ ਜਾਂ ਉਹਦੇ ਪੈਰ ਨੇ ਉਹ ਲੜਖੜਾਣੇ ਸ਼ੁਰੂ ਹੋ ਜਾਂਦੇ ਨੇ। ਕਾਰਨ ਕੀ? ਕਿਉਂਕਿ ਉਹਨੂੰ ਜਾਣਿਆ ਹੀ ਨਹੀਂ ਕਿ ਮੇਰਾ ਕੰਮ ਕੀ ਹੈ, ਮੇਰਾ ਕੰਮ ਕੀ ਹੈ। ਲੇਕਿਨ ਪ੍ਰਭੂ ਯਿਸੂ ਮਸੀਹ ਦੇ ਕੋਲ ਬਹੁਤ ਸਾਰਾ ਕੰਮ ਹੈ। ਪ੍ਰਭੂ ਯਿਸੂ ਮਸੀਹ ਕਹਿੰਦੇ ਨੇ ਆਓ ਮੇਰਾ ਕੰਮ ਕਰੋ। ਲੇਕਿਨ ਸਹੀ ਦੇ ਵਿੱਚ ਇੱਕ ਸਮਾਂ ਆਏਗਾ ਕਿਹੜਾ ਕਿ ਜਦ ਸਾਰੇ ਲੋਕ ਪਰਮੇਸ਼ਵਰ ਦੇ ਨਿਆਂ ਦੇ ਸਿੰਘਾਸਨ ਦੇ ਸਾਹਮਣੇ ਖੜੇ ਹੋ ਜਾਣਗੇ। ਉਹਦੇ ਵਿੱਚ ਜਿਨ੍ਹਾਂ ਨੇ ਮਤਲਬ ਐਸਾ ਕੰਮ ਕੀਤਾਗਾ, ਕਿਹੜਾ ਬੁਰਾਈ ਵਾਲੇ ਕੰਮ ਕੀਤੇ ਨੇ, ਉਹਨਾਂ ਨੂੰ ਉਹਦਾ ਬਦਲਾ ਮਿਲੇਗਾ, ਉਹਦਾ ਫਲ ਮਿਲੇਗਾ। ਔਰ ਜਿਨ੍ਹਾਂ ਨੇ ਪਰਮੇਸ਼ਵਰ ਦਾ ਕੰਮ ਕੀਤਾਗਾ ਉਹਨਾਂ ਨੂੰ ਕੀ ਮਿਲੇਗਾ? ਉਹਨਾਂ ਨੂੰ ਉਹਦਾ ਬਦਲਾ ਮਿਲੇਗਾ। ਕਿਉਂਕਿ ਬਾਈਬਲ ਦੇ ਵਿੱਚ ਆਪਾਂ ਪੜ੍ਹਿਆਗਾ ਮੱਤੀ 5:16 ਦੇ ਵਿੱਚ ਕੀ ਹੈ ਕਿ ਤੁਸੀਂ ਸ਼ੁਭ ਕਰਮ ਕਰੋ, ਮਤਲਬ ਭਲੇ ਕੰਮ ਕਰੋ। ਇਹਦਾ ਮਤਲਬ ਕਿ ਪਰਮੇਸ਼ਵਰ ਦਾ ਕੰਮ ਹੈਗਾ। ਅਗਰ ਪਰਮੇਸ਼ਵਰ ਦਾ ਕੰਮ ਹੈ ਇਹਦਾ ਮਤਲਬ ਕੀ ਕਿ ਪਰਮੇਸ਼ਵਰ ਦਾ ਕੰਮ ਸਾਨੂੰ ਕਰਨਾ ਪਵੇਗਾ। ਸਾਡੀ ਮਜਬੂਰੀ ਨਹੀਂ ਹੈ, ਲੇਕਿਨ ਆਪਾਂ ਨੇ ਕੰਮ ਕਰਨਾਗਾ। ਪਰ ਕੰਮ ਕਰਨ ਦਾ ਫਾਇਦਾ ਦੇਖਦੇ ਆਪਾਂ ਕੀ ਹੈ। ਆਪਾਂ ਪੜਾਂਗੇ ਪ੍ਰਕਾਸ਼ ਦੀ ਪੋਥੀ ਉਹਦਾ 14 ਅਧਿਆਇ ਉਹਦਾ 13। ਫਿਰ ਮੈਂ ਇੱਕ ਆਵਾਜ਼ ਆਕਾਸ਼ੋਂ ਇਹ ਆਖਦੇ ਸੁਣੀ, ਭਈ ਲਿਖ ਲੈ, ਤਨ ਉਹ ਮੁਰਦੇ ਜਿਹੜੇ ਇਤੋਂ ਅੱਗੇ ਪ੍ਰਭੂ ਵਿੱਚ ਹੋ ਕੇ ਮਰਨ। ਆਤਮਾ ਆਖਦਾ ਹੈ ਹਾਂ, ਇਸ ਲਈ ਜੋ ਉਹਨਾਂ ਦੀਆਂ ਮਿਹਨਤਾਂ ਤੋਂ ਉਹਨਾਂ ਨੂੰ ਆਰਾਮ ਮਿਲੇਗਾ, ਕਿਉਂ ਜੋ ਉਹਨਾਂ ਦੇ ਕੰਮ ਉਹਨਾਂ ਦੇ ਨਾਲ ਨਾਲ ਜਾਂਦੇ ਹਨ। ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਪਰਮੇਸ਼ਰ ਦਾ ਵਚਨ ਕੀ ਕਹਿੰਦਾ ਹੈਗਾ ਕਿ ਧਨ ਨੇ, ਹਾਂ ਧਨ ਨੇ ਮਤਲਬ ਆਸ਼ੀਸ਼ਿਤ ਨੇ ਉਹ ਮੁਰਦੇ ਜਿਹੜੇ ਲੋਕ ਮਸੀਹ ਵਿੱਚ ਹੋ ਕੇ ਮਰ ਜਾਂਦੇ ਨੇ। ਪਰ ਦੇਖੋ ਮਰਨਾ ਸਾਰੇ ਨਹੀਂ ਹੈ, ਕੋਈ ਮਸੀਹ ਵਿੱਚ ਹੋ ਕੇ ਮਰ ਜਾਏਗਾ। ਹਾਂ ਪਰਮੇਸ਼ਰ ਉਸ ਨੂੰ ਮਰਿਆ ਨਹੀਂ ਕਹਿੰਦੇ, ਪਰਮੇਸ਼ਰ ਨੂੰ ਕਹਿੰਦੇ ਨੇ ਸੌਂ ਗਿਆ। ਲੇਕਿਨ ਬਾਈਬਲ ਵਿੱਚ ਲਿਖਿਆ ਹੈਗਾ ਕਿ ਉਹ ਧਨ ਨੇ ਜੋ ਮਸੀਹ ਵਿੱਚ ਹੋ ਕੇ ਮਰਦੇ ਨੇ। ਔਰ ਇੱਕ ਇਨਸਾਨ ਐਸਾ ਹੈਗਾ ਜੋ ਮਸੀਹ ਦੇ ਵਿੱਚ ਹੋ ਕੇ ਨਹੀਂ ਮਰਦਾ। ਕੰਮ ਤਾਂ ਉਹਨੇ ਵੀ ਕੀਤਾ ਧਰਤੀ ਉੱਪਰ, ਤੇ ਕੰਮ ਜੋ ਮਸੀਹ ਨੂੰ ਮੰਨਦਾ ਹੈਗਾ ਕੰਮ ਤਾਂ ਉਹਨੇ ਵੀ ਕੀਤਾ ਹੈਗਾ। ਲੇਕਿਨ ਬਾਈਬਲ ਵਿੱਚ ਲਿਖਿਆ ਧਨ ਉਹ ਮੁਰਦੇ ਜਿਹੜੇ ਮਸੀਹ ਦੇ ਵਿੱਚ ਹੋ ਕੇ ਮਰਨਗੇ, ਕਿਉਂਕਿ ਉਹਨਾਂ ਨੂੰ ਉਹਨਾਂ ਦੀ ਮਿਹਨਤ ਤੋਂ ਕੀ ਮਿਲੇਗਾ? ਉਹਨਾਂ ਤੋਂ ਮਿਹਨਤ ਤੋਂ ਕੀ ਮਿਲੇਗਾ? ਆਰਾਮ ਮਿਲੇਗਾ, ਆਰਾਮ ਮਿਲੇਗਾ। ਕਿਉਂ? ਜੋ ਉਹਨਾਂ ਦੇ ਕੰਮ ਉਹਨਾਂ ਦੇ ਨਾਲ ਜਾਂਦੇ ਨੇ। ਇਹਦਾ ਮਤਲਬ ਕਿ ਇਨਸਾਨ ਜੋ ਵੀ ਹੈ ਇਸ ਧਰਤੀ ਉੱਪਰ ਕੰਮ ਕਰੇ, ਥੋੜਾ ਕਰੇ ਬਹੁਤਾ ਕਰੇ, ਉਹਨੂੰ ਕੀ ਹੈ ਇੱਕ ਦਿਨ ਪ੍ਰਭੂ ਯਿਸੂ ਮਸੀਹ ਕੀ ਦੇਣਗੇ? ਉਹਦਾ ਫਲ ਦੇਣਗੇ ਔਰ ਬਦਲਾ ਦੇਣਗੇ। ਔਰ ਬਦਲਾ ਵੀ ਕੈਸਾ? ਆਰਾਮ ਦੇਣਗੇ। ਅੱਜ ਦੇਖੋ ਜਿਹੜਾ ਇਸ ਧਰਤੀ ਉੱਪਰ ਮਜ਼ਦੂਰ ਹੈ, ਅੱਜ ਇਨਸਾਨ ਮਜ਼ਦੂਰ ਕੈਸਾ? ਪ੍ਰਭੂ ਯਿਸੂ ਮਸੀਹ ਦਾ ਮਜ਼ਦੂਰ। ਉਹਦੇ ਲਈ ਚੰਗਾ ਕੱਪੜਾ ਨਹੀਂ ਹੈ, ਕੋਈ ਚੱਕਰ ਨਹੀਂ। ਉਹਦੇ ਲਈ ਚੰਗਾ ਘਰ ਨਹੀਂ ਹੈ, ਕੋਈ ਚੱਕਰ ਨਹੀਂ। ਉਹਦੇ ਲਈ ਚੰਗੀ ਗੱਡੀ ਨਹੀਂ ਹੈ, ਕੋਈ ਚੱਕਰ ਨਹੀਂ। ਉਹਦੇ ਲਈ ਚੰਗਾ ਬੈਂਕ ਬੈਲੈਂਸ ਨਹੀਂ ਹੈ, ਕੋਈ ਚੱਕਰ ਨਹੀਂ। ਅਗਰ ਉਹਦੇ ਕੋਲ ਸੋਨਾ ਚਾਂਦੀ ਵੀ ਨਹੀਂ ਹੈ ਤਾਂ ਕੋਈ ਚੱਕਰ ਨਹੀਂ, ਕਿਉਂਕਿ ਇਹਨਾਂ ਵਿੱਚੋਂ ਇੱਕ ਚੀਜ਼ ਵੀ ਨਾਲ ਨਹੀਂ ਜਾਣ ਵਾਲੀ। ਲੇਕਿਨ ਬਾਈਬਲ ਵਿੱਚ ਕੀ ਲਿਖਿਆ ਹੈਗਾ ਕਿ ਪਰਮੇਸ਼ਵਰ ਉਹਨਾਂ ਨੂੰ ਉਹਨਾਂ ਦੀਆਂ ਮਿਹਨਤਾਂ ਤੋਂ ਕੀ ਦੇਵੇਗਾ? ਆਰਾਮ ਦੇਵੇਗਾ। ਏਦਾਂ ਹੀ ਹੈ, ਪੜੋ ਇੱਕ ਵਾਰ ਫਿਰ। ਫਿਰ ਮੈਂ ਇੱਕ ਆਵਾਜ਼ ਆਕਾਸ਼ੋਂ ਇਹ ਆਖਦੇ ਸੁਣੀ, ਭਈ ਲਿਖ ਲੈ, ਤਨ ਉਹ ਮੁਰਦੇ ਜਿਹੜੇ ਇਤੋਂ ਅੱਗੇ ਪ੍ਰਭੂ ਵਿੱਚ ਹੋ ਕੇ ਮਰਨ। ਜਿਹੜੇ ਮੁਰਦੇ ਪ੍ਰਭੂ ਵਿੱਚ ਹੋ ਕੇ ਮਰਨ। ਆਤਮਾ ਆਖਦਾ ਹੈ, ਆਤਮਾ ਆਖਦਾ ਹੈ ਹਾਂ ਇਸ ਲਈ, ਹਾਂ ਇਸ ਲਈ ਜੋ ਉਹਨਾਂ ਦੀਆਂ ਮਿਹਨਤਾਂ ਤੋਂ, ਉਹਨਾਂ ਦੀਆਂ ਮਿਹਨਤਾਂ ਤੋਂ ਮਤਲਬ ਜੋ ਇਨਸਾਨ ਇਸ ਧਰਤੀ ਉੱਪਰ ਰਹਿ ਕੇ ਕਰਦੇ ਹੈਗਾ ਕਿਹਦਾ ਕਿਹੜਾ ਕੰਮ? ਪਰਮੇਸ਼ਵਰ ਦਾ ਕੰਮ। ਅਗਰ ਇਨਸਾਨ ਕੋਲ ਚੰਗਾ ਕੱਪੜਾ ਨਹੀਂ ਹੈ ਤਾਂ ਵੀ ਪਰਮੇਸ਼ਵਰ ਦਾ ਕੰਮ ਕਰੇਗਾ। ਅਗਰ ਇਨਸਾਨ ਕੋਲ ਚੰਗੀ ਗੱਡੀ ਨਹੀਂ ਹੈ ਤਾਂ ਵੀ ਪਰਮੇਸ਼ਵਰ ਦਾ ਕੰਮ ਕਰੇਗਾ। ਉਸ ਨੂੰ ਧੁੱਪ ਲੱਗੇ, ਉਸ ਨੂੰ ਗਰਮੀ ਲੱਗੇ, ਉਸ ਨੂੰ ਠੰਡ ਲੱਗੇ, ਲੇਕਿਨ ਉਹ ਇਨਸਾਨ ਬਹਾਨਾ ਨਹੀਂ ਲਗਾਏਗਾ। ਉਹ ਕੀ ਕਰੇਗਾ? ਉਹ ਤਾਂ ਪਰਮੇਸ਼ਵਰ ਦਾ ਕੰਮ ਕਰੇਗਾ। ਕਿਉਂ? ਉਹ ਮਜ਼ਦੂਰ ਹੈ। ਔਰ ਜੋ ਇਨਸਾਨ ਮਜ਼ਦੂਰ ਬਣ ਕੇ ਪਰਮੇਸ਼ਵਰ ਦਾ ਕੰਮ ਕਰ ਰਿਹਾਗਾ ਤਾਂ ਪਰਮੇਸ਼ਵਰ ਕਹਿੰਦਾ ਜਿਹੜੇ ਕੰਮ ਤੈਂ ਕੀਤੇ ਆ ਫਿਰ ਮਿਹਨਤਾਂ ਤੋਂ ਉਹਨਾਂ ਨੂੰ ਆਰਾਮ ਮਿਲੇਗਾ। ਆਰਾਮ ਜਿਹੜੀ ਮਿਹਨਤ ਤੈਂ ਕੀਤੀ ਹੈ, ਮਿਹਨਤ ਨਾਲ ਜਿਹੜਾ ਤੈਂ ਮਿਹਨਤ ਨਾਲ ਕੰਮ ਕੀਤਾਗਾ। ਤੈਂ ਬੈਂਕ ਬੈਲੈਂਸ ਦਾ ਲਾਲਚ ਨਹੀਂ ਕੀਤਾ, ਤੈਂ ਕੱਪੜੇ ਦਾ ਲਾਲਚ ਨਹੀਂ ਕੀਤਾ, ਤੈਂ ਗੱਡੀ ਦਾ ਲਾਲਚ ਨਹੀਂ ਕੀਤਾ, ਤੈਂ ਸੋਨੇ ਚਾਂਦੀ ਦਾ ਲਾਲਚ ਨਹੀਂ ਕੀਤਾ, ਲੇਕਿਨ ਤੈਂ ਮਜ਼ਦੂਰੀ ਕੀਤੀ ਹੈ। ਹੁਣ ਮੈਂ ਤੈਨੂੰ ਆਰਾਮ ਦੇਵਾਂਗਾ। ਫਿਰ ਅੱਗੇ
ਕਿਉਂ ਜੋ ਉਹਨਾਂ ਦੇ ਕੰਮ ਉਹਨਾਂ ਦੇ ਨਾਲ ਜਾਂਦੇ ਹੁਣ ਦੇਖੋ ਹਰ ਇੱਕ ਇਨਸਾਨ ਦਾ ਕੰਮ ਕੀ ਹੈ, ਉਹਨਾਂ ਦੇ ਉਹਦੇ ਨਾਲ ਨਾਲ ਜਾਂਦਾ ਗਾ। ਇਹਦਾ ਮਤਲਬ ਕਿ ਜੋ ਪਰਮੇਸ਼ਵਰ ਨੇ ਉਹ ਕੰਮ ਦੀ ਕੀ ਕਰਨਗੇ, ਕੰਮ ਦੀ ਜਾਂਚ ਕਰਨਗੇ ਕਿ ਕਿਸ ਇਨਸਾਨ ਨੇ ਕਿੰਨਾ ਕੰਮ ਕੀਤਾਗਾ। ਹਾਲੇਲੂਇਆ ਹਾਲੇਲੂਇਆ। ਔਰ ਕਿਸ ਇਨਸਾਨ ਨੇ ਕਿੰਨਾ ਕੰਮ ਕੀਤਾਗਾ ਔਰ ਕਿਸ ਤਰ੍ਹਾਂ ਦਾ ਕੰਮ ਕੀਤਾਗਾ। ਇਹਦਾ ਮਤਲਬ ਕੀ ਹੋਇਆ ਕਿ ਜੋ ਇਨਸਾਨ ਦਾ ਕੰਮ ਹੈ ਉਹ ਚਾਹੇ ਨਾਲ ਜਾਂਦਾਗਾ, ਲੇਕਿਨ ਪਰਮੇਸ਼ਵਰ ਕੀ ਕਰਨਗੇ ਉਹਦੇ ਕੰਮ ਦੀ, ਉਹਦਾ ਦੇਖਭਾਲ ਕਰਨਗੇ ਵੀ ਤੂੰ ਆਇਆ ਸਾਹਮਣੇ ਮੇਰੇ, ਤੂੰ ਧਰਤੀ ਉੱਪਰ ਰਹਾਂਗਾ, ਤੈਂ ਕੀ ਕੰਮ ਕੀਤਾ ਔਰ ਤੇਰਾ ਕੰਮ ਕੈਸਾ ਸੀਗਾ। ਤਾਂ ਬਾਈਬਲ ਦੇ ਵਿੱਚ ਲਿਖਿਆ ਗਾ ਪਹਿਲਾ ਕੁਰਿੰਥੀਆਂ ਉਹਦਾ 3 ਅਧਿਆਇ ਉਹਦਾ ਪੜੋ 10 ਤੋਂ। ਪਰਮੇਸ਼ਵਰ ਦੀ ਕਿਰਪਾ ਦੇ ਅਨੁਸਾਰ ਸੁਣੋ ਧਿਆਨ ਨਾਲ, ਬਹੁਤ ਵਚਨ ਨੂੰ ਬਹੁਤ ਧਿਆਨ ਨਾਲ ਸੁਣੋ। ਪਰਮੇਸ਼ਵਰ ਦੀ ਕਿਰਪਾ ਦੇ ਅਨੁਸਾਰ ਹੂੰ। ਜੋ ਮੈਨੂੰ ਦਾਨ ਹੋਈ ਹੈ, ਹਾਂ। ਮੈਂ ਸਿਆਣੇ ਰਾਜ ਮਿਸਤਰੀ ਵਾਂਗੂ ਨੀਂਹ ਰੱਖੀ ਹਾਂ। ਅਤੇ ਦੂਜਾ ਉਸ ਉੱਤੇ ਉਸਾਰੀ ਕਰਦਾ ਹੈ। ਹੁਣ ਦੇਖੋ ਪਰਮੇਸ਼ਵਰ ਦਾਸ ਕਹਿੰਦਾ ਹੈ ਕਿ ਮੈਂ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਹੈ ਕੀ ਕਰੀਏ, ਮੈਂ ਚੰਗੇ ਰਾਹ ਚੰਗੇ ਰਾਜ ਮਿਸਤਰੀ ਵਾਂਗ ਕੀ ਕੀਤੀ ਹੈ, ਨੀਂਹ ਰੱਖੀ ਹੈ, ਨੀਂਹ ਰੱਖੀ ਹੈ। ਤੇ ਫਿਰ ਦੂਸਰਾ ਇਨਸਾਨ ਕੀ ਕਰਦਾ ਉਹਦੇ ਉੱਪਰ, ਉਸਾਰੀ ਕਰਦਾ, ਰਦਾ ਰੱਖਦਾ ਉਹਦੇ ਉੱਪਰ। ਨੀਂਹ ਦੇ ਉੱਪਰ ਕੀ ਹੁੰਦਾਗਾ, ਰਦਾ ਰੱਖਦਾਗਾ। ਫਿਰ ਅੱਗੇ ਸੋ ਹਰੇਕ ਸੁਚੇਤ ਰਹੇ ਕਿ ਕਿਸ ਤਰ੍ਹਾਂ ਦੀ ਉਸਾਰੀ ਕਰਦਾ ਹੈ। ਹੁਣ ਦੇਖੋ ਜਿਹੜਾ ਬੰਦਾ ਉਸਾਰੀ ਕਰਦਾਗਾ ਉਹ ਕੀ ਰਹੇ, ਉਹ ਚੌਕਸ ਰਹੇ ਕਿ ਮੈਂ ਕਿਸ ਤਰ੍ਹਾਂ ਦੀ ਉਸਾਰੀ ਕਰ ਰਿਹਾਗਾ, ਮਤਲਬ ਕਿ ਮੈਂ ਕਿਸ ਤਰ੍ਹਾਂ ਦਾ ਕੰਮ ਕਰ ਰਿਹਾਗਾ। ਉਹ ਕੀ ਰਹੇ, ਉਹ ਚੌਕਸ ਰਹੇ। ਇੱਕ ਵਾਰ ਹਿੰਦੀ ਪੜੋ 10। परमेश्वर के उस अनुग्रह के अनुसार ਦੇਖੋ ਧਿਆਨ ਨਾਲ ਸੁਣੋ, ਪਰਮੇਸ਼ਵਰ ਦੇ ਉਸ ਅਨੁਗ੍ਰਹਿ ਦੇ ਨਾਲ जो मुझे दिया गया, ਜਿਹੜਾ ਮੈਨੂੰ ਮਿਲਿਆਗਾ, मैंने बुद्धिमान राजमिस्त्री के समान नींव डाली मतलब मैं बुद्धिमान राजमिस्त्री के समान मैंने नींव डाली। हाँ, और दूसरा उस पर रद्दा रखता है, दूसरा इंसान पर रदा रखदागा। हाँ, परंतु हर एक मनुष्य चौकस रहे हम्म, कि वह उस पर कैसे रद्दा रखता है। हाँ भी ਜਿਹੜਾ ਦੂਜਾ ਬੰਦਾ ਦੇ ਉੱਪਰ ਕੰਮ ਕਰ ਰਿਹਾਗਾ, ਨੀਂਹ ਦਾ ਪੈ ਗਈ ਉਹਦੇ ਉੱਪਰ ਜਿਹੜਾ ਇਨਸਾਨ ਕੰਮ ਕਰ ਰਿਹਾਗਾ ਨੀਂਹ ਦੇ ਉੱਪਰ, ਉਹ ਹੁਣ ਚੌਕਸ ਰਹੇ ਕਿ ਮੈਂ ਕਿਸ ਤਰ੍ਹਾਂ ਦਾ ਕੰਮ ਕਰ ਰਿਹਾ ਇੱਥੇ ਉੱਪਰ। ਫਿਰ ਅੱਗੇ ਪੜੋ। क्योंकि उस नींव को छोड़ जो पड़ी है और वह यीशु मसीह है। ਮਤਲਬ ਜਿਹੜੀ ਨੀਂਹ ਰੱਖੀ ਗਈ, ਨੀਂਹ ਹੁਣ ਦੇਖੋ ਜਿਹੜੀ ਨੀਂਹ ਰੱਖੀ ਜਾਂਦੀ ਹੈ ਉਹ ਕਿਹੜੀ ਚੀਜ਼ ਰੱਖੀ ਜਾਂਦੀ ਹੈ, ਜਿਹੜੀ ਨੀਂਹ ਰੱਖੀ ਜਾਂਦੀ ਹੈ ਉਹ ਕਿਹੜੀ ਚੀਜ਼ ਰੱਖੀ ਜਾਂਦੀ ਹੈ, पक्की जगह ਕਿਹੜੀ ਚੀਜ਼ ਹੁੰਦੀ ਹੈ ਜਿਹੜੀ ਨੀਂਹ ਰੱਖਦੇ ਆਪਾਂ, घर दी ਘਰ ਦੀ ਨੀਂਹ ਰੱਖਦੇ ਆਪਾਂ, ਕਿਹੜੀ ਚੀਜ਼ ਨਾਲ ਰੱਖੀ ਜਾਂਦੀ ਹੈ ਨੀਂਹ, ਇੱਟ ਨਾਲ ਰੱਖੀ ਜਾਂਦੀ ਹੈ। ਹੁਣ ਇੱਟ ਨਾਲ ਜਾਂ ਮਤਲਬ ਕੋਈ ਅੱਛੀ, ਦੇਖੋ ਇਹ ਗੱਲ ਕਰ ਰਿਹਾ ਪ੍ਰਭੂ ਯਿਸੂ ਮਸੀਹ ਦੀ, ਔਰ ਬਾਈਬਲ ਦੇ ਵਿੱਚ ਲਿਖਿਆ ਪ੍ਰਭੂ ਯਿਸੂ ਮਸੀਹ ਕੌਣ ਹੈ, ਉਹ ਤਾਂ ਪੱਥਰ ਹੈ। ਇਹਦਾ ਮਤਲਬ ਜਿਹੜੀ ਨੀਂਹ ਰੱਖੀ ਗਈ ਹੈ, ਮਤਲਬ ਪ੍ਰਭੂ ਯਿਸੂ ਮਸੀਹ ਦੇ ਬਾਰੇ ਇਨਸਾਨ ਦੇ ਜੀਵਨ ਦੇ ਵਿੱਚ ਦੱਸਿਆ ਗਿਆ ਹੈਗਾ ਕਿ ਪ੍ਰਭੂ ਯਿਸੂ ਮਸੀਹ ਕੌਣ ਹੈ, ਪ੍ਰਭੂ ਯਿਸੂ ਮਸੀਹ ਕੀ ਕਰ ਸਕਦੇ ਨੇ। ਇੱਕ ਵਾਰ ਫਿਰ ਪੜੋ 11। क्योंकि उस नींव को छोड़ जो पड़ी है ਮਤਲਬ ਜਿਹੜੀ ਨੀਂਹ ਪਈ ਹੈ ਉਹਨੂੰ ਛੱਡ, और वह यीशु मसीह है। ਮਤਲਬ ਉਹਨੂੰ ਕੋਈ ਛੱਡ ਕੇ ਹੋਰ ਕੋਈ ਰੱਖ ਨਹੀਂ ਸਕਦਾ ਇਨਸਾਨ। ਜਿਹੜੀ ਨੀਂਹ ਰੱਖੀ ਗਈ ਹੈ, ਜਿਹੜੀ ਨੀਂਹ ਰੱਖੀ ਗਈ ਹੈ ਉਹਨੂੰ ਛੱਡ ਕੇ ਕੋਈ ਹੋਰ ਨੀਂਹ ਰੱਖੀ ਨਹੀਂ ਜਾ ਸਕਦੀ, ਕਿਉਂਕਿ ਉਹ ਨੀਂਹ ਕਿਹੜੀ ਹੈ, ਉਹ ਤਾਂ ਮਸੀਹ ਯਿਸੂ ਹੈ। ਸਹੀ ਤਰ੍ਹਾਂ ਪੜ੍ਹ ਨੂੰ ਯਾਰ 11 ਪੜ੍ਹ ਸਹੀ ਤਰ੍ਹਾਂ। क्योंकि उस नींव को छोड़ जो पड़ी है ਹਾਂ और वह यीशु मसीह है। ਦੇਖੋ ਉਹ ਕੌਣ ਹੈ, ਉਹ ਤਾਂ ਪ੍ਰਭੂ ਯਿਸੂ ਮਸੀਹ ਹੈ। ਲੈਣ ਮਿਸ ਕਰ ਰਹੇ ਹੋ, ਉਹ ਕੌਣ ਹੈ, ਉਹ ਤਾਂ ਪ੍ਰਭੂ ਯਿਸੂ ਮਸੀਹ ਹੈ। ਮਤਲਬ ਅਗਰ ਕੋਈ ਇਨਸਾਨ ਨੇ ਕਿਸੇ ਮਤਲਬ ਜੀਵਨ ਦੇ ਵਿੱਚ ਯਿਸੂ ਮਸੀਹ ਦੀ ਗਵਾਹੀ ਦਿੱਤੀ ਹੈ, ਯਿਸੂ ਮਸੀਹ ਦੀ ਗਵਾਹੀ ਦਿੱਤੀ ਹੈ, ਤਾਂ ਉਸ ਤੋਂ ਇਲਾਵਾ ਅਗਰ ਕੋਈ ਹੋਰ ਇਨਸਾਨ ਉਹਦੀ ਗੱਲ ਕਰੇ ਯਿਸੂ ਮਸੀਹ ਨੂੰ ਛੱਡ ਕੇ, ਉਹ ਕੰਮ ਹੋ ਹੀ ਨਹੀਂ ਸਕਦਾ, ਕਿਉਂਕਿ ਨੀਂਹ ਕੌਣ ਹੈ, ਨੀਂਹ ਤਾਂ ਪ੍ਰਭੂ ਯਿਸੂ ਮਸੀਹ ਹੈ। ਔਰ ਫਿਰ ਕੀ ਲਿਖਿਆ ਬਾਈਬਲ ਦੇ ਵਿੱਚ ਕਿ ਹੁਣ ਜਿਹੜਾ ਉਹਦੇ ਉੱਪਰ ਰਜ਼ਾ ਰੱਖ ਰਿਹਾਗਾ, ਜਿਹੜਾ ਉਹਦੀ ਉਸਾਰੀ ਕਰ ਰਿਹਾਗਾ, ਉਹ ਕੀ ਰਹੇ, ਉਹ ਸੁਚੇਤ ਰਹੇ। ਸਾਰੇ ਬੋਲੋ ਹਾਲੇਲੂਇਆ। ਉਹ ਕੀ ਰਹੇ, ਉਹ ਸੁਚੇਤ ਰਹੇ। ਕਿਹੜੀ ਗੱਲੋਂ, ਕਿ ਹੁਣ ਮੈਂ ਕਿਹੜਾ ਕੰਮ ਕਰਨਾ ਇਹਦੇ ਉੱਪਰ। ਮੈਨੂੰ ਤਾਂ ਨੀਂਹ ਰੱਖੀ ਲਿਖਾਈ ਮਿਲ ਗਈ ਜਾਂ ਨੀਂਹ ਰੱਖੀ ਗਈ ਹੈ, ਹੁਣ ਇਹਨੂੰ ਕੀ ਕਰਨਾਗਾ, ਇਹਦੀ ਸ਼ੁਰੂਆਤ ਹੈ। ਔਰ ਸ਼ੁਰੂਆਤ ਹੁਣ ਕਿਸ ਤਰ੍ਹਾਂ ਕਰਨੀ ਹੈ। ਹੁਣ ਜਦ ਵੀ ਇਨਸਾਨ ਕੋਈ ਘਰ ਬਣਾਉਂਦਾਗਾ ਤਾਂ ਇੱਕ ਦਿਨ ਦੇ ਵਿੱਚ ਪੂਰੀ ਕੰਧ ਖੜੀ ਨਹੀਂ ਕਰਦਾ ਕਦੇ ਵੀ, ਉਹ ਕਿ ਕਰ ਦਿੰਦਾ ਪੂਰੀ ਕੰਧ ਨੂੰ ਖੜਾ, ਲੇਕਿਨ ਕੀ ਹੈ, ਉਹ ਥੋੜੀ ਥੋੜੀ ਕੰਧ ਖੜੀ ਕਰਕੇ ਛੱਡ ਦਿੰਦਾਗਾ। ਅੱਧੀ ਕੰਧ ਇੱਕ ਸਾਈਡ ਦੀ, ਅੱਧੀ ਕੰਧ ਦੂਜੀ ਸਾਈਡ ਦੀ, ਅੱਧੀ ਕੰਧ ਤੀਜੀ ਸਾਈਡ ਦੀ, ਤੇ ਅੱਧੀ ਕੰਧ ਚੌਥੀ ਸਾਈਡ ਦੀ। ਅਗਰ 4 ਕੰਧਾਂ ਕਰਨੀਆਂ ਨੇ ਤਾਂ ਫਿਰ ਕੀ ਹੈ, ਉਹ ਹੌਲੀ ਹੌਲੀ ਇਸ ਤਰ੍ਹਾਂ ਕਰਦਾਗਾ। ਇੱਕ ਦਿਨ ਦੇ ਵਿੱਚ ਕੋਈ ਵੀ ਇਨਸਾਨ ਕੰਧ ਨੂੰ ਖੜਾ ਨਹੀਂ ਕਰਦਾ। ਇਸ ਕਰਕੇ ਕੀ ਹੈ, ਉਹ ਕੀ ਕਰਦਾਗਾ, ਇਹਨੂੰ ਥੋੜਾ ਸੁੱਕ ਲੈਣ ਦਿਓ। ਇਸੇ ਕਰਕੇ ਉਹ ਕੀ ਕਰਦਾ,
ਪੂਰੀ ਕੰਧਾਂ ਨੂੰ ਤਿਆਰ ਕਰਦਾ ਹੈਗਾ। ਔਰ ਉਹ ਜਿਹੜੀ ਨੀਂਹ ਹੈ ਉਹ ਕੌਣ ਹੈ? ਤਾਂ ਪ੍ਰਭੂ ਯਿਸੂ ਮਸੀਹ ਹੈ, ਉਹਦਾ ਪੱਥਰ ਹੈ ਪ੍ਰਭੂ ਯਿਸੂ ਮਸੀਹ। ਹੁਣ ਜਿਹੜੇ ਇਨਸਾਨ ਨੇ ਪ੍ਰਭੂ ਯਿਸੂ ਮਸੀਹ ਦੇ ਬਾਰੇ ਇਸ ਦੇ ਜੀਵਨ ਦੇ ਵਿੱਚ ਦੱਸਿਆਗਾ, ਇਸ ਦੇ ਜੀਵਨ ਦੇ ਵਿੱਚ ਦੱਸਿਆਗਾ, ਤਾਂ ਦੇਖੋ ਹੁਣ ਉਸ ਤੋਂ ਛੱਡ ਕੇ, ਮਤਲਬ ਪ੍ਰਭੂ ਯਿਸੂ ਮਸੀਹ ਤੋਂ ਇਲਾਵਾ ਕੋਈ ਇਨਸਾਨ ਨਹੀਂ ਰੱਖ ਨਹੀਂ ਸਕਦਾ। ਹੁਣ ਜਿਹੜਾ ਰੱਖ ਰਿਹਾਗਾ ਉਹ ਕੀ ਕਰੇ? ਉਹ ਸਾਵਧਾਨ ਹੋ ਜਾਏ ਕਿ ਮੈਂ ਕਿਹਦਾ ਕੰਮ ਕਰਨਾਗਾ। ਫਿਰ ਪੜੋ ਪੰਜਾਬੀ ਦੇ ਵਿੱਚ ਕੀ ਲਿਖਿਆ ਅੱਗੇ? ਪਰਮੇਸ਼ਵਰ ਦੀ ਕਿਰਪਾ ਦੇ ਅਨੁਸਾਰ ਜੋ ਮੈਨੂੰ ਦਾਨ ਹੋਈ ਹੈ। ਕੀ ਪੜ ਰਹੇ ਹੋ? ਪਹਿਲਾ ਪ੍ਰੋਜੈਕਟ ਬਸ। ਪਰ ਨਹੀਂ। ਜੇ ਕੋਈ ਹਾਂ। ਇਹ ਨੀ ਉੱਤੇ ਸੋਨੇ ਚਾਂਦੀ ਹਾਂ। ਬਹੁਮੁੱਲੇ ਪੱਥਰਾਂ ਲੱਕੜਾਂ ਘਾਹ ਤੇ ਪੌ ਦੀ ਉਸਾਰੀ ਕਰੇ ਤਾਂ ਹਰੇਕ ਦਾ ਕੰਮ ਪ੍ਰਗਟ ਹੋਵੇਗਾ। ਸਾਰੇ ਬੋਲੋ ਹਾਲੇਲੂਇਆ। ਹਾਂ, ਜਿਹੜਾ ਹੁਣ ਕੰਮ ਕਰ ਰਿਹਾ ਇਨਸਾਨ ਕਿਹਦੇ ਉੱਪਰ? ਉਸੇ ਨੀਂਹ ਦੇ ਉੱਪਰ। ਉਹ ਕੰਮ कैसा ਕਰ ਰਿਹਾਗਾ? कैसा? ਸੋਨੇ ਸਮਾਨ। ਹਾਂ, ਸੋਨੇ ਦਾ ਕੰਮ ਹੋਊਗਾ, ਚਾਂਦੀ ਦਾ, ਫਿਰ ਬਹੁਮੁੱਲੇ ਪੱਥਰ ਦਾ, ਫਿਰ ਲੱਕੜ ਦਾ, ਫਿਰ ਘਾਹ ਫੂਸ ਦਾ ਕੰਮ। ਫਿਰ ਕੀ ਲਿਖਿਆ ਅੱਗੇ? ਉਹ ਪੌ ਦੀ ਉਸਾਰੀ ਕਰੇ। ਹਾਂ, ਫਿਰ ਕੀ ਲਿਖਿਆ ਅੱਗੇ? ਤਾਂ ਹਰੇਕ ਦਾ ਕੰਮ ਪ੍ਰਗਟ ਹੋਵੇਗਾ। ਹਰੇਕ ਦਾ ਕੰਮ ਪ੍ਰਗਟ ਹੋਏਗਾ। ਔਰ ਪ੍ਰਗਟ ਕਿਵੇਂ ਹੋਏਗਾ? ਪੜੋਗੇ? ਕਿਉਂ ਜੋ ਉਹ ਦਿਨ ਉਸ ਨੂੰ ਉਗਾੜ ਦੇਵੇਗਾ। ਹਾਂ, ਇਸ ਲਈ ਜੋ ਉਹ ਅੱਗ ਨਾਲ ਪ੍ਰਕਾਸ਼ ਹੁੰਦਾ ਹੈ ਅਤੇ ਅੱਗ ਆਪੇ ਹਰੇਕ ਦਾ ਕੰਮ ਪਰਖ ਦੇਵੇਗੀ ਭਾਈ ਉਹ ਕਿਸ ਪ੍ਰਕਾਰ ਦਾ ਹੈ। ਦੇਖੋ ਇਨਸਾਨ ਨੇ ਜੋ ਵੀ ਕੰਮ ਕੀਤਾਗਾ, ਸਾਰੇ ਬੋਲੋ ਹਾਲੇਲੂਇਆ। ਹਾਲੇਲੂਇਆ। ਬਸ ਉਹਨੂੰ ਬਹੁਤ ਧਿਆਨ ਨਾਲ ਸੁਣੋ। ਇਨਸਾਨ ਨੇ ਜੋ ਵੀ ਕੰਮ ਕੀਤਾਗਾ, ਚਾਹੇ ਤਾਂ ਦੇਖੋ ਉਹਦੇ ਵਿੱਚ ਕੰਮ कैसा ਗਿਆ? ਸੋਨੇ ਵਰਗਾ, ਫਿਰ ਚਾਂਦੀ ਵਰਗਾ, ਫਿਰ ਬਹੁਮੁੱਲੇ ਪੱਥਰ ਵਰਗਾ, ਫਿਰ ਲੱਕੜ ਵਰਗਾ, ਫਿਰ ਘਾਹ ਫੂਸ ਵਰਗਾ। ਹੁਣ ਦੇਖੋ ਕੰਮ ਆ ਗਏ ਕਿਸ ਤਰ੍ਹਾਂ ਦੇ। ਹੁਣ ਸਭ ਤੋਂ ਜ਼ਿਆਦਾ ਅਗਰ ਇਹਨਾਂ ਨੂੰ ਅੱਗ ਪਰਖੇ ਤਾਂ ਕਿਹੜਾ ਕੰਮ ਟਿਕੂਗਾ? ਅਗਰ ਅੱਗ ਆ ਗਿਆ, ਲੱਕੜ ਫੂਸ ਰੱਖ ਦੋ ਉਹਦੇ ਵਿੱਚ, ਤਾਂ ਕੀ ਹੋ ਜਾਊਗਾ? ਉਹਦਾ ਕੰਮ ਤਾਂ ਸੜ ਜੂ। ਉਹਦਾ ਕੰਮ ਕੀ ਹੋ ਜਾਊਗਾ? ਸੜ ਜੂ। ਔਰ ਸੜ ਕੇ ਸੁਆਹ ਬਣ ਜੂ। ਫਿਰ ਆ ਜਾਊਗਾ ਲੱਕੜ, ਲੱਕੜ ਵੀ ਸੜ ਜੂ, ਠੀਕ ਹੈ ਨਾ। ਫਿਰ ਆ ਜੂ ਕਿਹੜਾ? ਬਹੁਮੁੱਲਾ ਪੱਥਰ। ਹੁਣ ਪੱਥਰ ਨੂੰ ਜਦੋਂ ਅੱਗ ਵਿੱਚ ਪਾ ਦੋ ਤਾਂ ਕੀ ਹੋ ਜਾਊਗਾ? ਪੱਥਰ ਦੇ ਉੱਪਰ ਦਾਗ ਪੈ ਜਾਂਦੇ ਨੇ, ਪੱਥਰ ਦੇ ਉੱਪਰ ਦਾਗ ਪੈ ਜਾਂਦੇ ਨੇ, ਲੇਕਿਨ ਪੱਥਰ ਬਣਿਆ ਰਹਿੰਦਾਗਾ, ਲੇਕਿਨ ਉਹਦਾ ਜੋ ਕੰਮ ਹੈ ਉਹਦਾ ਕੁਛ ਹਿੱਲ ਜਾਂਦਾਗਾ। ਫਿਰ ਆ ਗਿਆ ਸੋਨਾ ਚਾਂਦੀ। ਅਗਰ ਸੋਨੇ ਚਾਂਦੀ ਨੂੰ ਅੱਗ ਵਿੱਚ ਪਾ ਕੇ ਦੇਖੋ ਤਾਂ ਕੀ ਹੋ ਜਾਂਦਾਗਾ? ਉਹਦੇ ਵਿੱਚ ਜੋ ਵੀ ਮਾੜੀ ਮੋਟੀ ਰਹਿ ਜਾਂਦੀ ਹੈ ਉਹ ਨਿਕਲ ਜਾਂਦਾ। ਮਤਲਬ ਸੋਨਾ ਸੋਨਾ ਬਣਿਆ ਰਹਿੰਦਾਗਾ, ਚਾਂਦੀ ਚਾਂਦੀ ਬਣੀ ਰਹਿੰਦੀ ਹੈ। ਹੁਣ ਪਰਮੇਸ਼ਵਰ ਕੀ ਕਹਿੰਦਾਗਾ ਵੀ ਜਿਹੜਾ ਮੇਰੇ ਵਿੱਚ ਕੰਮ ਕਰਦਾਗਾ ਉਹਦੇ ਕੰਮ ਕਿਸ ਤਰ੍ਹਾਂ ਦੇ ਨੇ? ਸੋਨੇ ਸਮਾਨ, ਚਾਂਦੀ ਸਮਾਨ, ਬਹੁਮੁੱਲੇ ਪੱਥਰ ਦੇ ਸਮਾਨ, ਲੱਕੜ ਦੇ ਸਮਾਨ ਔਰ ਘਾਹ ਫੂਸ ਦੇ ਸਮਾਨ। ਅੱਜ ਦੇਖੋ ਕਿੰਨੇ ਲੋਕ ਪਰਮੇਸ਼ਵਰ ਦਾ ਕੰਮ ਤਾਂ ਕਰ ਰਹੇ ਨੇ। ਸਾਰੇ ਬੋਲੋ ਹਾਲੇਲੂਇਆ। ਹਾਲੇਲੂਇਆ। ਅੱਜ ਕਿੰਨੇ ਲੋਕ ਪਰਮੇਸ਼ਵਰ ਦਾ ਕੰਮ ਕਰ ਰਹੇ ਨੇ, ਲੇਕਿਨ ਸਹੀ ਦੇ ਵਿੱਚ ਇਨਸਾਨ ਨੂੰ ਨਹੀਂ ਪਤਾ ਚੱਲ ਰਿਹਾ ਕਿ ਮੇਰਾ ਕੰਮ कैसा ਹੈਗਾ। ਜਦ ਕਿ ਇੱਕ ਦਿਨ ਇਹ ਹੋਵੇਗਾ ਕਿ ਉਹਦੇ ਕੰਮ ਦੀ ਜੋ ਹੈ ਪਰਖ ਹੈ ਉਹ ਹੋਵੇਗੀ, ਲੇਕਿਨ ਕਿਹਦੇ ਨਾਲ ਹੋਵੇਗੀ? ਅੱਗ ਦੇ ਨਾਲ ਹੋਵੇਗੀ। ਔਰ ਫਿਰ ਕੀ ਲਿਖਿਆ ਅੱਗੇ ਪੜੋ? ਜੇ ਕਿਸੇ ਦਾ ਕੰਮ ਜਿਹੜਾ ਉਹਨੇ ਬਣਾਇਆ ਸੀ ਟਿਕੇ ਰਹੇਗਾ ਤਾਂ ਉਹਨੂੰ ਬਦਲਾ ਮਿਲੇਗਾ। ਦੇਖੋ ਜਿਹੜਾ ਕਿਸੇ ਦਾ ਕੰਮ ਟਿਕਿਆ ਰਿਹਾ ਉਹਨੂੰ ਕੀ ਮਿਲੇਗਾ? ਉਹਨੂੰ ਬਦਲਾ ਮਿਲੇਗਾ। ਹੁਣ ਦੇਖੋ ਜਿਹੜਾ ਸੋਨੇ ਦਾ ਕੰਮ ਹੈ, ਜਿਹਨੇ ਬਹੁਤ ਕੰਮ ਕੀਤਾ ਪਰਮੇਸ਼ਵਰ ਦੇ ਵਿੱਚ, ਮਜ਼ਦੂਰ ਬਣ ਕੇ ਕੰਮ ਕੀਤਾਗਾ, ਉਹਦਾ ਬਦਲਾ ਪਰਮੇਸ਼ਵਰ ਨੂੰ ਪੱਕਾ ਦੇਵੇਗਾ। ਜਿਹਦਾ ਕੰਮ ਟਿਕਿਆ ਰਿਹਾ, ਜਿਹਦਾ ਕੰਮ ਟਿਕਿਆ ਰਿਹਾ, ਬਣਿਆ ਰਿਹਾ, ਸੋਨਾ ਟਿਕਿਆ ਰਿਹਾ, ਚਾਂਦੀ ਟਿਕੀ ਰਹੀ, ਪੱਥਰ ਦਾਗੀ ਹੋ ਗਿਆ ਲੇਕਿਨ ਬਣਿਆ ਤਾਂ ਰਿਹਾ। ਲੇਕਿਨ ਜਿਹੜਾ ਲੱਕੜੀ ਦਾ ਕੰਮ ਹੈ, ਜਿਹੜਾ ਘਾਹ ਫੂਸ ਦੇ ਸਮਾਨ ਕੰਮ ਕੀਤਾ ਪਰਮੇਸ਼ਵਰ ਦੇ ਵਿੱਚ ਹੋ ਕੇ, ਉਹਦਾ ਕੋਈ ਬਦਲਾ ਮਿਲੂ ਉਹਨੂੰ। ਫਿਰ ਕੀ ਲਿਖਿਆ? ਜੇ ਕਿਸੇ ਦਾ ਕੰਮ ਸੜ ਜਾਵੇ ਤਾਂ ਉਹਦੀ ਹਾਨੀ ਹੋ ਜਾਵੇਗੀ, ਪਰੰਤੂ ਉਹ ਆਪ ਤਾਂ ਬਚ ਜਾਵੇਗਾ ਪਰ ਸੜਦਿਆਂ। ਦੇਖੋ ਅਗਰ ਕਿਸੇ ਦਾ ਕੰਮ ਹੈ ਜੋ ਉਹ ਇਸ ਤਰ੍ਹਾਂ ਦਾ ਹੋਇਆ ਕਿ ਉਹਦਾ ਸਾਰਾ ਕੰਮ ਅੱਗ ਨੇ ਜਦੋਂ ਪਰਖਿਆਗਾ, ਉਸ ਤੋਂ ਬਾਅਦ ਉਹਦਾ ਸਾਰਾ ਕੰਮ ਸੜ ਕੇ ਸੁਆਹ ਬਣ ਗਿਆ, ਲੇਕਿਨ ਹੋਇਆ ਕਿ ਆਪ ਤਾਂ ਉਹ ਬਚ ਜੂਗਾ, ਲੇਕਿਨ ਉਹ ਸਾਰਾ ਕੰਮ ਕੀ ਹੋਊਗਾ? ਸਾਰੇ ਕੰਮ ਖਤਮ ਹੋ ਜਾਊਗਾ। ਕਹਿਣ ਦਾ ਮਤਲਬ ਕਿ ਕਿਸ ਧਰਤੀ ਦੇ ਉੱਪਰ ਪਰਮੇਸ਼ਵਰ ਆਪਣੇ ਲੋਕਾਂ ਨੂੰ ਆਰਾਮ ਦੇਣਗੇ। ਜੋ ਆਪਾਂ ਪਹਿਲਾਂ ਪੜ੍ਹਿਆ ਨਾ ਬਾਈਬਲ ਦੇ ਵਿੱਚ, ਪ੍ਰਕਾਸ਼ ਦੀ ਪੋਥੀ 14 ਦੇ 13 ਵਚਨ ਦੇ ਵਿੱਚ, ਕਿ ਪਰਮੇਸ਼ਵਰ ਕੀ ਦੇਵੇਗਾ? ਉਹਨਾਂ ਨੂੰ ਆਰਾਮ ਦੇਵੇਗਾ, ਲੇਕਿਨ ਇਸ ਧਰਤੀ ਉੱਪਰ ਮਿਲੇਗਾ। ਹਾਂ, ਇਸ ਧਰਤੀ ਉੱਪਰ, ਹਾਂ ਇਸ ਧਰਤੀ ਉੱਪਰ ਕੀ ਦੇਵੇਗਾ? ਪਰਮੇਸ਼ਵਰ ਉਹਨਾਂ ਨੂੰ ਆਰਾਮ ਦੇਵੇਗਾ। ਆਰਾਮ ਦੇਵੇਗਾ ਸਹੀ ਦੇ ਵਿੱਚ ਉੱਥੇ ਇਹ ਕੰਮ ਹੋਏਗਾ, ਉੱਥੇ ਲੋਕਾਂ ਦਾ ਕੰਮ ਪਰਖਿਆ ਜਾਊਗਾ, ਕੰਮ ਉੱਥੇ ਪਰਖਿਆ ਜਾਊਗਾ। ਔਰ ਲਿਖਿਆ ਬਾਈਬਲ ਦੇ ਵਿੱਚ
ਕਿ ਇਸ ਧਰਤੀ ਉੱਪਰ ਇਨਸਾਨ ਨੂੰ ਕਿੰਨਾ ਮਿਲਣਾਗਾ ਸਮਾਂ 1000 ਸਾਲ ਦਾ। 1000 ਸਾਲ ਦੇ ਵਿੱਚ ਕੀ ਹੋਵੇਗਾ ਕਿ ਇਨਸਾਨ ਨੂੰ ਜੈਸਾ ਜੈਸਾ ਕੰਮ ਕੀਤਾਗਾ ਐਸਾ ਐਸਾ ਉਹਨੂੰ ਬਦਲਾ ਮਿਲੇਗਾ। ਜਿਹਦਾ ਤਾਂ ਸੋਨੇ ਵਰਗਾ ਕੰਮ ਹੈ ਤਾਂ ਉਹਨੂੰ ਬਹੁਤ ਕੁਝ ਮਿਲੇਗਾ, ਉਹਦਾ ਬੜਾ ਆਨੰਦ ਕਰੂਗਾ। ਔਰ ਜਿਹਦਾ ਚਾਂਦੀ ਦੇ ਸਮਾਨ ਕੰਮ ਹੈ ਉਹਦਾ ਵੀ ਬਹੁਤ ਵਧੀਆ ਕੰਮ ਹੈ, ਲੇਕਿਨ ਸੋਨੇ ਵਰਗਾ ਨਹੀਂ। ਲੇਕਿਨ ਪੱਥਰ ਦਾ ਜਿਹੜਾ ਕੰਮ ਹੈ ਉਹਦਾ ਕੀ ਹੋ ਜਾਊਗਾ, ਉਹਨੂੰ ਬਦਲਾ ਤਾਂ ਮਿਲੂਗਾ, ਲੇਕਿਨ ਉਹਦਾ ਜੋ ਪੱਥਰ ਹੈ ਬਹੁਮੁੱਲਾ ਪੱਥਰ ਉਹ ਦਾਗੀ ਹੋ ਗਿਆ। ਲੇਕਿਨ ਜੋ ਲੱਕੜ ਦਾ ਕੰਮ ਹੋਇਆ, ਘਾਹ ਫੂਸ ਦਾ ਕੰਮ ਹੋਇਆ, ਉਹਦਾ ਕੀ ਬਣੇਗਾ? ਉਹਦਾ ਕੰਮ ਤਾਂ ਸੜ ਕੇ ਸਾਰਾ ਹੀ ਸਵਾਹ ਹੋ ਜਾਊਗਾ, ਉਹ ਤਾਂ ਨਸ਼ਟ ਹੋ ਜਾਊਗਾ। ਲੇਕਿਨ ਲਿਖਿਆ ਉਹਦੇ ਬਾਰੇ, ਉਸ ਇਨਸਾਨ ਦੇ ਬਾਰੇ ਕਿ ਉਹ ਆਪ ਬਚ ਜਾਊਗਾ। ਲੇਕਿਨ ਆਪ ਤਾਂ ਉਹ ਸਵਰਗ 'ਚ ਜਾ ਸਕਦਾਗਾ, ਲੇਕਿਨ ਜਦ ਇੰਨੇ ਲੋਕਾਂ ਵਿੱਚ ਜਾਂਦਾਗਾ, ਲੋਕਾਂ ਵਿੱਚ ਪ੍ਰਾਰਥਨਾ ਕਰਦਾਗਾ, ਲੋਕਾਂ ਨੂੰ ਜਾ ਕੇ ਵਚਨ ਸੁਣਾਉਂਦਾਗਾ, ਲੋਕਾਂ ਨੂੰ ਜਾ ਕੇ ਗਵਾਹੀ ਦਿੰਦਾਗਾ, ਜਦ ਸਵਰਗ ਦੇ ਵਿੱਚ ਉਹਦੇ ਦੁਆਰਾ ਕੋਈ ਬਣਿਆ ਹੋਇਆ ਬਚਿਆ ਹੋਇਆ ਇਨਸਾਨ ਪਹੁੰਚਿਆ ਹੀ ਨਹੀਂ, ਤਾਂ ਲੋਕ ਕੀ ਕਹਿਣਗੇ ਉਹਨੂੰ? ਯਾਰ ਲੋਕਾਂ ਵਿੱਚ ਬੜੀਆਂ ਤੂੰ ਮਤਲਬ ਗਵਾਹੀਆਂ ਦਿੰਦਾ ਸੀਗਾ, ਬੜਾ ਪ੍ਰਚਾਰ ਕਰਦਾ ਸੀਗਾ, ਬੜਾ ਹਾਲੇਲੂਇਆ ਹਾਲੇਲੂਇਆ ਕਰਦਾ ਸੀਗਾ, ਲੇਕਿਨ ਸਵਰਗ ਵਿੱਚ ਤੇਰੇ ਦੁਆਰਾ ਕਿੰਨੇ ਲੋਕ ਆਏ ਨੇ? ਤੇਰੇ ਦੁਆਰਾ ਕਿੰਨੇ ਲੋਕ ਆਏ ਨੇ? ਤਾਂ ਫਿਰ ਇਨਸਾਨ ਕੀ ਕਰੇਗਾ? ਹੁਣ ਤਾਂ ਸੰਗ ਲੱਗੂ ਨਾ ਉਸ ਟਾਈਮ, ਉਹਦਾ ਸ਼ਰਮਿੰਦਾ ਹੋਊਗਾ, ਯਾਰ ਵਾਕਈ ਮੈਂ ਤਾਂ ਨਹੀਂ ਭੱਜ ਨੱਠ ਵੀ ਕਰੀ, ਮੈਂ ਤਾਂ ਨਾ ਦੌੜਿਆ ਵੀ, ਮੈਂ ਤਾਂ ਚੰਗੀ ਆਰਾਧਨਾ ਕਰਦਾ ਸੀਗਾ, ਮੈਂ ਤਾਂ ਚੰਗੇ ਗੀਤ ਭਜਨ ਗਾਉਂਦਾ ਸੀਗਾ, ਮੈਂ ਤਾਂ ਲੋਕਾਂ ਨੂੰ ਗਵਾਹੀ ਦਿੰਦਾ ਸੀਗਾ, ਲੇਕਿਨ ਮੇਰੇ ਦੁਆਰਾ ਸਵਰਗ ਵਿੱਚ ਆਏ ਕਿੰਨੇ ਲੋਕ? ਮਤਲਬ ਆਪ ਤਾਂ ਬਚੂ ਉਹ, ਲੇਕਿਨ ਜਿਹੜਾ ਉਹਦਾ ਬਣਿਆ ਹੋਇਆ ਕੰਮ ਸੀਗਾ ਉਹ ਸਾਰੇ ਕੰਮ ਉਹਦਾ ਨਸ਼ਟ ਹੋ ਜਾਊਗਾ। ਔਰ ਲਿਖਿਆ ਬਾਈਬਲ ਦੇ ਵਿੱਚ ਦੂਜਾ ਕਰੰਥੀਆ ਉਹਦਾ 5 ਅਧਿਆਇ ਉਹਦਾ 10 ਵਚਨ, ਸਾਰੇ ਬੋਲੋ ਹਾਲੇਲੂਇਆ ਹਾਲੇਲੂਇਆ ਪੜੋ। ਜੋ ਅਸਾਂ ਸਭਨਾਂ ਨੇ ਮਸੀਹ ਦੇ ਨਿਆਂ ਦੇ ਸਿੰਘਾਸਨ ਦੇ ਅੱਗੇ ਪ੍ਰਗਟ ਹੋਣਾ ਹੈ, ਭਈ ਹਰੇਕ ਜੋ ਕੁਝ ਉਹਨੇ ਦੇਹੀ ਵਿੱਚ ਕੀਤਾ, ਭਾਵੇਂ ਭਲਾ ਭਾਵੇਂ ਬੁਰਾ, ਆਪੋ ਆਪਣੀਆਂ ਕਰਨੀਆਂ ਦੇ ਅਨੁਸਾਰ ਫਲ ਭੋਗੇ। ਦੇਖੋ ਹਰ ਇੱਕ ਇਨਸਾਨ ਨੇ ਉਸ ਪਰਮੇਸ਼ਵਰ ਦੇ ਨਿਆਂ ਦੇ ਸਿੰਘਾਸਨ ਸਾਹਮਣੇ ਖੜਾ ਹੋਣਾਗਾ। ਜੋ ਉਹਨੇ ਕੰਮ ਕੀਤੇ ਨੇ, ਭਾਵੇਂ ਚੰਗਾ ਤੇ ਭਾਵੇਂ ਬੁਰਾ, ਉਹਦਾ ਕੀ ਕਰੇ ਉਹਦਾ ਫਲ ਭੋਗੇ। ਦੇਖੋ ਪਰਮੇਸ਼ਵਰ ਨੇ ਕਿੰਨੀ ਜਗ੍ਹਾ ਲਿਖ ਕੇ ਦਿੱਤਾਗਾ ਕਿ ਜਦ ਇਨਸਾਨ ਕੰਮ ਕਰੇ ਔਰ ਕੰਮ ਤੋਂ ਬਾਅਦ ਉਸਨੂੰ ਬਦਲਾ ਮਿਲੇਗਾ, ਉਸਨੂੰ ਉਸਦਾ ਨਿਆਂ ਮਿਲੇਗਾ। ਦੇਖੋ ਪਰਮੇਸ਼ਵਰ ਦਾ ਜੋ ਕੰਮ ਹੈ ਸਹੀ ਦੇ ਵਿੱਚ ਅੱਜ ਜਿੰਨੇ ਲੋਕ ਕੰਮ ਕਰ ਰਹੇ ਨੇ, ਪਰਮੇਸ਼ਵਰ ਦਾ ਕੰਮ ਤਾਂ ਬਹੁਤ ਹੈ। ਪਰਮੇਸ਼ਵਰ ਦਾ ਇਹ ਨਹੀਂ ਕਿ ਪਰਮੇਸ਼ਵਰ ਦਾ ਕੰਮ ਨਹੀਂ ਹੈ, ਪਰਮੇਸ਼ਵਰ ਦਾ ਬਹੁਤ ਸਾਰਾ ਕੰਮ ਹੈ, ਲੇਕਿਨ ਸਹੀ ਦੇ ਵਿੱਚ ਜੋ ਬਦਲਾ ਮਿਲਣਾ ਇਨਸਾਨ ਨੂੰ ਉਹ ਕਦੋਂ ਮਿਲੇਗਾ? ਉਹ ਤਾਂ 1000 ਸਾਲ ਦੇ ਵਿੱਚ ਮਿਲੇਗਾ। ਹਾਲੇਲੂਇਆ ਹਾਲੇਲੂਇਆ। ਉਹ 1000 ਸਾਲ ਦਾ ਰਾਜ ਜਦ ਧਰਤੀ ਉੱਪਰ ਇਨਸਾਨ ਨੇ ਕਰਨਾਗਾ। ਕਿਹੜੇ ਇਨਸਾਨ ਨੇ ਕਰਨਾਗਾ? ਜਿਹੜਾ ਪਰਮੇਸ਼ਵਰ ਦਾ ਕੰਮ ਕਰ ਰਿਹਾਗਾ। ਇੱਕ ਵਾਰ ਪੜ੍ਹ ਲਓ ਵਚਨ ਤੁਸੀਂ, ਪ੍ਰਕਾਸ਼ ਦੀ ਪੋਥੀ ਉਹਦਾ 20 ਅਧਿਆਇ ਉਹਦਾ 4-5। ਮੈਂ ਦੱਬੀਆਂ ਵੇਖੀਆਂ ਅਤੇ ਉਹ ਉਹਨਾਂ ਉੱਤੇ ਬੈਠੇ ਹੋਏ ਸਨ, ਅਤੇ ਨਿਆਂ ਕਰਨ ਦਾ ਉਹਨਾਂ ਨੂੰ ਇਖਤਿਆਰ ਦਿੱਤਾ ਗਿਆ। ਅਤੇ ਮੈਂ ਉਹਨਾਂ ਦੇ ਜੀਵਾਂ ਨੂੰ ਵੇਖਿਆ ਜਿਨ੍ਹਾਂ ਦੇ ਸਿਰ ਯੀਸ਼ੂ ਦੀ ਗਵਾਹੀ ਦੇ ਕਾਰਨ ਅਤੇ ਪਰਮੇਸ਼ਵਰ ਦੇ ਬਚਨ ਦੇ ਕਾਰਨ ਵੱਢੇ ਗਏ ਸਨ। ਆ ਦੇਖੋ ਧਿਆਨ ਨਾਲ ਸੁਣੋ ਪਰਮੇਸ਼ਵਰ ਦੇ ਵਚਨ ਨੂੰ ਕਿ ਮੈਂ ਗੱਦੀਆਂ ਦੇਖੀਆਂ, ਮਤਲਬ ਉਹ ਲੋਕਾਂ ਨਾਲ ਉੱਪਰ ਬੈਠੇ ਸੀਗੇ ਜਿਨ੍ਹਾਂ ਦੇ ਸਿਰ ਸੀਗੇ ਉਹ ਪ੍ਰਭੂ ਯਿਸੂ ਮਸੀਹ ਦੀ ਗਵਾਹੀ ਦੇ ਕਾਰਨ ਵੱਢੇ ਗਏ, ਔਰ ਜਿਨ੍ਹਾਂ ਨੇ ਉਸ ਦਰਿੰਦੇ ਦੀ ਅਤੇ ਪਰਮੇਸ਼ਵਰ ਦੇ ਵਚਨ ਦੇ ਕਾਰਨ ਵੱਢੇ ਗਏ ਸਨ, ਅਤੇ ਜਿਨ੍ਹਾਂ ਉਸ ਦਰਿੰਦੇ ਦੀ ਜਾਂ ਉਹਦੀ ਮੂਰਤੀ ਦੀ ਪੂਜਾ ਨਹੀਂ ਕੀਤੀ ਸੀ, ਅਤੇ ਉਹ ਦਾਗ ਆਪਣੇ ਮੱਥੇ ਉੱਤੇ ਅਤੇ ਆਪਣੇ ਹੱਥ ਉੱਤੇ ਨਹੀਂ ਲਵਾਇਆ ਸੀ, ਉਹ ਜੀ ਉੱਤੇ ਅਤੇ 1000 ਵਾਰੀ ਮਸੀਹ ਦੇ ਨਾਲ ਰਾਜ ਕਰਦੇ ਰਹੇ। ਹਾਂ ਉਹ ਦੇਖੋ ਉਹ ਜੀ ਉੱਠੇ ਤੇ 1000 ਕਿਹਦੇ ਨਾਲ ਰਾਜ ਕਰਦੇ ਰਹੇ? ਮਸੀਹ ਦੇ ਨਾਲ ਕੀ ਕਰਦੇ ਰਹੇ? ਰਾਜ ਕਰਦੇ ਰਹੇ। ਅੱਗੇ ਪੜੋ ਫਿਰ। ਬਾਕੀ ਦੇ ਹੁੰਦੇ 1000 ਵਾਰੀ ਦੇ ਪੂਰੇ ਹੋਣ ਤੇ ਜੀ ਨਾ ਉੱਠੇ। ਇਹ ਪਹਿਲੀ ਕਿਆਮਤ ਹੈ। ਧੰਨ ਅਤੇ ਪਵਿੱਤਰ ਉਹ ਜਿਹੜਾ ਪਹਿਲੀ ਕਿਆਮਤ ਦੇ ਵਿੱਚ ਸ਼ਾਮਿਲ ਹੈ। ਮਤਲਬ ਧੰਨ ਹੈ ਉਹ ਇਨਸਾਨ, ਆਸ਼ੀਸ਼ਿਤ ਹੈ ਉਹ ਇਨਸਾਨ ਕਿ ਜਿਹੜਾ ਇਨਸਾਨ ਪਹਿਲੀ ਕਿਆਮਤ ਵਿੱਚ ਸ਼ਾਮਿਲ ਹੁੰਦਾਗਾ। ਕਿਹੜੀ ਕਿਆਮਤ ਦੇ ਵਿੱਚ? ਜਿਹੜਾ 1000 ਸਾਲ ਦਾ ਰਾਜ ਕਰਨਾ ਇਸ ਧਰਤੀ ਉੱਪਰ। ਔਰ ਕਿਹਦੇ ਨਾਲ ਕਰਨਾਗਾ? ਮਸੀਹ ਦੇ ਨਾਲ ਕਰਨਾਗਾ। ਔਰ ਉਹ ਕੀ ਹੋਣਗੇ? ਮਸੀਹ ਦੇ ਜਾਜਕ ਹੋਣਗੇ। ਔਰ ਮਸੀਹ ਦੇ ਨਾਲ ਕੀ ਕਰਨਗੇ? ਉਹ ਰਾਜ ਕਰਨਗੇ। ਇਹਦਾ ਮਤਲਬ ਕਿ 1000 ਸਾਲ ਦੇ ਵਿੱਚ ਇਨਸਾਨ ਨੂੰ ਕੀ ਮਿਲਣਾਗਾ? ਉਹ ਤਾਂ ਉਹਦਾ ਮਿਲ ਜਾਣਾਗਾ, ਉਹ ਤਾਂ ਪਦਵੀ ਮਿਲ ਜਾਣੀ ਹੈ, ਉਹ ਤਾਂ ਚੰਗੀ ਪੋਸਟ ਮਿਲ ਜਾਣੀ ਹੈ। ਲੇਕਿਨ ਕਿਹਨੂੰ ਮਿਲੂਗੀ? ਜਿਸ ਨੇ ਪਰਮੇਸ਼ਵਰ ਦਾ ਚੰਗਾ ਕੰਮ ਕੀਤਾ ਹੋਇਆ, ਪਰਮੇਸ਼ਵਰ ਦੇ ਵਿੱਚ ਰਹਿ ਕੇ ਵਧੀਆ ਕੰਮ ਕੀਤਾ ਹੋਇਆ, ਸੋਨੇ ਦੇ ਸਮਾਨ ਕੰਮ ਕੀਤਾ ਹੋਇਆ। ਹੁਣ ਦੇਖੋ ਅੱਜ ਅਗਰ ਮਜ਼ਦੂਰ ਹੈ, ਅੱਜ ਉਹ ਜੈਸੀ ਮਰਜ਼ੀ ਹਾਲਾਤ ਦੇ ਵਿੱਚ ਹੈ, ਜੈਸੇ ਮਰਜ਼ੀ ਕੱਪੜਿਆਂ ਦੇ ਵਿੱਚ ਹੈ, ਜੈਸੇ ਮਰਜ਼ੀ ਘਰ ਦੇ ਵਿੱਚ ਹੈ, ਅਗਰ ਉਹਦਾ ਕੰਮ ਪਰਮੇਸ਼ਵਰ ਦੇ ਅਨੁਸਾਰ ਬਹੁਤ ਵਧੀਆ ਹੋਇਆ ਤਾਂ 1000 ਸਾਲ ਦੇ ਵਿੱਚ
ਉਹਦਾ ਪਹਿਰਾਵਾ ਕੈਸਾ ਹੋਏਗਾ, ਉਹਦਾ ਰੁਤਬਾ ਕੈਸਾ ਹੋਏਗਾ, ਉਹਦੀ ਪੋਸਟ ਕਿੰਨੀ ਵਧੀਆ ਹੋਏਗੀ ਉੱਥੇ। ਕਿਉਂ? ਕਿਉਂਕਿ ਅੱਜ ਉਸ ਨੂੰ ਇਸ ਧਰਤੀ ਉੱਪਰ ਚੀਜ਼ਾਂ ਦੀ ਜ਼ਰੂਰਤ ਨਹੀਂ ਹੈ। ਉਹ ਕੀ ਸੋਚਦਾਗਾ, ਮੈਂ ਤਾਂ 1000 ਸਾਲ ਦੇ ਵਿੱਚ ਜਾ ਕੇ ਕੀ ਕਰਨਾਗਾ, ਰਾਜ ਕਰਨਾ ਮਸੀਹ ਦੇ ਨਾਲ। ਔਰ 1000 ਸਾਲ ਦੇ ਵਿੱਚ ਜਾ ਕੇ ਰਾਜ ਕਰਾਂਗਾ, ਉੱਥੇ ਮੈਂ ਕੀ ਕਰਨਾਗਾ, ਉੱਥੇ ਮੈਂ ਆਪਣਾ ਚੰਗੀ ਪੋਸਟ ਲੈਣੀ ਹੈ। ਅੱਜ ਇੱਥੇ ਇਨਸਾਨ ਚੰਗੀ ਪੋਸਟ ਲੈਣ ਦੇ ਲਈ ਰਿਸ਼ਵਤ ਦਿੰਦਾਗਾ, ਅੱਜ ਠੱਗੀ ਕਰਦਾਗਾ, ਬੇਈਮਾਨੀ ਕਰਦਾ, ਕੁਝ ਵੀ ਕਰਦਾਗਾ। ਲੇਕਿਨ ਸਹੀ ਦੇ ਵਿੱਚ ਮਸੀਹ ਦੀ ਗੱਲ ਕਰੀਏ, ਮਸੀਹ ਦੇ ਵਿੱਚ ਮਜ਼ਦੂਰ ਨਹੀਂ ਬਣਦਾ, ਮਜ਼ਦੂਰ ਨਹੀਂ ਬਣਦਾ। ਲੇਕਿਨ ਜਿਹੜਾ ਇਨਸਾਨ ਮਸੀਹ ਦੇ ਵਿੱਚ ਇੱਥੇ ਮਜ਼ਦੂਰ ਹੈ ਧਰਤੀ ਉੱਪਰ, ਤਾਂ 1000 ਸਾਲ ਦੇ ਵਿੱਚ ਕੀ ਬਣੇਗਾ, ਉਹ ਤਾਂ ਮਸੀਹ ਦੇ ਨਾਲ ਮਸੀਹ ਦਾ ਜਾਜਕ ਬਣ ਕੇ ਉੱਥੇ ਰਾਜ ਕਰੇਗਾ। ਔਰ ਰਾਜ ਕਿਸ ਤਰ੍ਹਾਂ ਕਰੇਗਾ ਕਿ ਜਿਸ ਨੇ ਚੰਗਾ ਕੰਮ ਕੀਤਾ ਹੋਇਆ। ਔਰ ਜਦ ਉਹਨੇ ਚੰਗਾ ਕੰਮ ਕੀਤਾ ਹੋਇਆ ਤਾਂ ਕੀ ਹੋਊਗਾ, ਤਾਂ ਪਰਮੇਸ਼ਵਰ ਉਸ ਦੀ ਕੀ ਕਰੇਗਾ, ਉੱਥੇ ਵਡਿਆਈ ਕਰੇਗਾ। ਦੇਖ ਤੂੰ ਕਿੰਨੇ ਲੋਕ ਲੈ ਕੇ ਆਏ ਬਚਾ ਕੇ, ਤੇਰੇ ਦੁਆਰਾ ਕਿੰਨੇ ਲੋਕ ਬਚੇ ਹੋਏ ਨੇ। ਇਹਦਾ ਮਤਲਬ ਕਿ ਪਰਮੇਸ਼ਵਰ ਹਰ ਇੱਕ ਇਨਸਾਨ ਨੂੰ ਕੁਛ ਨਾ ਕੁਛ ਦਿੰਦੇ ਨੇ। ਕਿਸੇ ਦੇ ਜੀਵਨ ਦੇ ਵਿੱਚ ਗਵਾਹੀ, ਕਿਸੇ ਦੇ ਜੀਵਨ ਦੇ ਵਿੱਚ ਗੈਰ ਜ਼ੁਬਾਨ, ਕਿਸੇ ਦੇ ਜੀਵਨ ਦੇ ਵਿੱਚ ਪਰਾਈ ਭਾਸ਼ਾ, ਕਿਸੇ ਦੇ ਜੀਵਨ ਦੇ ਵਿੱਚ ਵਚਨ, ਕਿਸੇ ਨੂੰ ਆਰਾਧਨਾ ਕਰਨ ਦਾ, ਕਿਸੇ ਨੂੰ ਸਾਜ਼ ਵਜਾਉਣ ਦਾ। ਇਹ ਸਾਰੇ ਕੀ ਨੇ, ਇਹ ਸਾਰੇ ਕੰਮ ਨੇ। ਅਗਰ ਜਿਹੜਾ ਇਨਸਾਨ ਇਹਨਾਂ ਕੰਮਾਂ ਦੇ ਵਿੱਚ ਇਮਾਨਦਾਰ ਰਹਿੰਦਾਗਾ, ਵਫਾਦਾਰ ਰਹਿੰਦਾਗਾ, ਕਿਸੇ ਨੂੰ ਗਵਾਹੀ ਦਾ ਵਰਦਾਨ ਮਿਲਿਆਗਾ, ਅਗਰ ਉਹ ਇਮਾਨਦਾਰੀ ਨਾਲ ਗਵਾਹੀ ਦਿੰਦਾਗਾ, ਅਗਰ ਉਹ ਸੱਚਾਈ ਨਾਲ ਗਵਾਹੀ ਦਿੰਦਾਗਾ, ਅਗਰ ਉਹਦੇ ਦੁਆਰਾ ਕੋਈ ਰੂਹ ਬਚ ਜਾਂਦੀ ਹੈ, ਅਗਰ ਉਹੀ ਰੂਹ ਸਵਰਗ ਵਿੱਚ ਆ ਜਾਂਦੀ ਹੈ, ਤਾਂ ਪਰਮੇਸ਼ਵਰ ਕੀ ਕਹੇਗਾ, ਦੇਖ ਇਹ ਤੇਰੇ ਦੁਆਰਾ ਆਇਆ ਹੋਇਆਗਾ। ਔਰ ਤੇਰਾ ਕੰਮ ਉਹ ਤਾਂ ਐਸਾਗਾ, ਤੇਰਾ ਕੰਮ ਤਾਂ ਬਹੁਤ ਮੁੱਲੇ ਪੱਥਰ ਵਰਗਾਗਾ, ਤੇਰਾ ਕੰਮ ਤਾਂ ਸੋਨੇ ਵਰਗਾਗਾ, ਤੇਰਾ ਕੰਮ ਤਾਂ ਚਾਂਦੀ ਵਰਗਾਗਾ। ਮਤਲਬ ਉਹ ਕੀ ਹੈ, ਉਹਦਾ ਕੰਮ ਉੱਥੇ ਬਚਿਆ ਰਹੇਗਾ। ਅੱਜ ਪਰਮੇਸ਼ਵਰ ਨੇ ਕਈਆਂ ਨੂੰ ਚੰਗਾਈ ਦਾ ਵਰਦਾਨ ਦਿੱਤਾਗਾ। ਅਗਰ ਜਿਹਦੇ ਦੁਆਰਾ ਚੰਗਾਈ ਹੋ ਰਹੀ ਹੈ, ਅਗਰ ਉਹ ਇਨਸਾਨ ਸਹੀ ਤਰ੍ਹਾਂ ਵਿਸ਼ਵਾਸ ਵਿੱਚ ਆ ਜਾਏ, ਤੋਬਾ ਕਰ ਲਵੇ, ਬਪਤਿਸਮਾ ਲੈ ਲਵੇ ਔਰ ਸਵਰਗ ਵਿੱਚ ਚਲਾ ਜਾਏ, ਤਾਂ ਪਰਮੇਸ਼ਵਰ ਕੀ ਕਹੇਗਾ, ਤੇਰੇ ਦੁਆਰਾ ਇਹ ਇਨਸਾਨ ਆਏਗਾ। ਮਤਲਬ ਤੂੰ ਆਪਣੇ ਕੰਮਾਂ ਤੋਂ ਤੈਨੂੰ ਆਰਾਮ ਮਿਲੇਗਾ। 1000 ਸਾਲ ਦੇ ਵਿੱਚ ਉਸ ਨੂੰ ਕੀ ਮਿਲੇਗਾ, ਪਰਮੇਸ਼ਵਰ ਬਹੁਤ ਕੁਛ ਦੇਗਾ। ਕਿਉਂਕਿ ਅੱਜ ਆਪਾਂ ਜੋ ਵਚਨ ਪੜਿਆ, ਸਾਰੇ ਬੋਲੋ ਹਾਲੇਲੂਇਆ। ਅੱਜ ਆਪਾਂ ਵਚਨ ਪੜਿਆ ਮੱਤੀ ਉਹਦਾ 25 ਦੇ 14 ਲੈ ਕੇ 30 ਤੱਕ। ਅਰੇ ਇੱਥੇ ਕੀ ਗੱਲ ਹੋ ਰਹੀ ਹੈ ਕਿ ਇੱਕ ਇਨਸਾਨ ਸੀਗਾ, ਉਹ ਪਰਦੇਸ ਗਿਆ। ਔਰ ਪਰਦੇਸ ਜਾਣ ਲੱਗੇ ਉਹਨੇ ਕੀ ਕੀਤਾ ਸੀਗਾ, ਆਪਣੇ ਨੌਕਰਾਂ ਨੂੰ ਬੁਲਾਇਆ। ਔਰ ਨੌਕਰਾਂ ਨੂੰ ਬੁਲਾਇਆ ਔਰ ਬੁਲਾਉਣ ਤੋਂ ਬਾਅਦ ਕੀ ਕੀਤਾ, ਉਹਨਾਂ ਦੇ ਉੱਪਰ ਵਿਸ਼ਵਾਸ ਕੀਤਾ। ਇੱਕ ਨੂੰ 5 ਤੋੜੇ ਦਿੱਤੇ ਔਰ ਇੱਕ ਨੂੰ 2 ਦਿੱਤੇ ਤੇ ਇੱਕ ਨੂੰ 1 ਤੋੜਾ ਦਿੱਤਾ। ਔਰ ਆਪ ਉਹ ਚਲਾ ਗਿਆ, ਪਰਦੇਸ ਚਲਾ ਗਿਆ। ਔਰ ਉਸ ਤੋਂ ਬਾਅਦ ਜਿਹਨੂੰ 5 ਮਿਲੇ ਸੀਗੇ ਉਸਨੇ ਕੀ ਕੀਤਾ, 5 ਨਾਲ 5 ਕਮਾਏ। ਔਰ ਜਿਸਨੇ 2 ਮਿਲੇ ਸੀਗੇ ਉਸਨੇ 2 ਨਾਲ 2 ਕਮਾਏ। ਇੱਕ ਇਨਸਾਨ ਐਸਾ ਸੀਗਾ, ਉਹਨੇ ਸੋਚਿਆ ਕਿ ਯਾਰ ਇਹ ਜੋ ਮੇਰਾ ਮਾਲਕ ਹੈ ਇਹ ਤਾਂ ਬੜਾ ਖਤਰਨਾਕ ਹੈ। ਇਹ ਤਾਂ ਜਿੱਥੇ ਨਹੀਂ ਬੀਜਦਾ ਉੱਥੋਂ ਵੱਢ ਲੈਂਦਾਗਾ, ਜਿੱਥੇ ਨਹੀਂ ਖਟਾਉਂਦਾ ਇਹ ਤੋਂ ਉੱਥੋਂ ਇਕੱਠਾ ਕਰ ਲੈਂਦਾ। ਉਹਨੇ ਕੀ ਕੀਤਾ, ਉਹ ਜੋ ਤੋੜਾ ਸੀਗਾ ਜਾਂ ਜੋ ਵੀ ਸਿੱਕਾ ਸੀ ਉਹ ਲਵੇ, ਉਹਨੇ ਕੀ ਕਰਿਆ, ਇੱਕ ਕੱਪੜੇ ਵਿੱਚ ਲਪੇਟਿਆ, ਟੋਆ ਪੱਟਿਆ ਤੇ ਜਾ ਕੇ ਜ਼ਮੀਨ ਵਿੱਚ ਦੱਬ ਦਿੱਤਾ ਉਹਨੇ। ਤਾਂ ਕੁਝ ਸਮਾਂ ਲੰਘ ਗਿਆ। ਉਸ ਤੋਂ ਬਾਅਦ ਉਸਦਾ ਮਾਲਕ ਆਇਆ। ਔਰ ਮਾਲਕ ਆਇਆ ਤਾਂ ਉਸਨੇ ਕੀ ਕੀਤਾ, ਉਸਨੇ ਪੁੱਛਿਆ, ਹਾਂ ਵੀ ਆ ਜਾਓ, ਇਕੱਠੇ ਹੋ ਜਾਓ, ਮੈਂ ਤੁਹਾਨੂੰ ਕੰਮ ਦੇ ਗਿਆ ਸੀ। ਕੰਮ ਕਿਹੜਾ? 5 ਵਾਲਿਆਂ ਨੂੰ ਬੁਲਾਇਆ। ਹਾਂ ਵੀ ਮੈਂ ਤੈਨੂੰ 5 ਤੋੜੇ ਦੇ ਗਿਆ ਸੀਗਾ। ਤਾਂ ਉਸਨੇ ਕੀ ਕਿਹਾ, ਮਾਲਕ ਆ ਲਓ, ਮੈਂ 5 ਨਾਲ 5 ਕਮਾਏ ਨੇ, ਆ ਲਓ ਤੁਸੀਂ ਆਪਣੇ। ਮਾਲਕ ਖੁਸ਼ ਹੋ ਗਿਆ, ਕਹਿੰਦਾ ਸ਼ਾਬਾਸ਼ ਮਾਤਬਰ, ਮਤਲਬ ਵਿਸ਼ਵਾਸਯੋਗ, ਹਾਂ ਵਿਸ਼ਵਾਸਯੋਗ ਚਾਕਰ, ਤੂੰ ਕੀ ਹੈ ਥੋੜੇ ਵਿੱਚ ਵਫਾਦਾਰ ਨਿਕਲੇਗਾ। ਫਿਰ 2 ਵਾਲੇ ਨੂੰ ਬੁਲਾਇਆ ਵੀ ਹਾਂ ਤੂੰ ਆ ਜਾ। ਉਹ ਕਹਿੰਦਾ ਸਵਾਮੀ ਜੀ ਮੈਨੂੰ ਤੁਸੀਂ 2 ਦੇ ਗਏ, ਮੈਂ 2 ਨਾਲ 2 ਕਮਾ ਲਏ। ਤਾਂ ਜਦ 2 ਨਾਲ 2 ਕਮਾ ਲਏ ਤਾਂ ਜੋ ਸਵਾਮੀ ਸੀਗਾ ਉਹ ਵੀ ਬਹੁਤ ਖੁਸ਼ ਹੋਇਆ। ਉਹਨੇ ਕੀ ਕਿਹਾ, ਕਹਿੰਦਾ ਚੰਗੇ ਤੇ ਮਾਤਬਰ ਚਾਕਰ, ਤੂੰ ਕੀ ਰਿਹਾ ਥੋੜੇ ਤੋਂ ਥੋੜੇ ਵਿੱਚ ਵਫਾਦਾਰ ਰਹਾਂਗਾ। ਔਰ ਉਸ ਤੋਂ ਬਾਅਦ ਜੋ ਇੱਕ ਸੀਗਾ, ਇੱਕ ਵਾਲਾ ਆਇਆ, ਉਹਨੇ ਕੀ ਕਿਹਾ, ਕਹਿੰਦਾ ਮੈਂ ਡਰ ਗਿਆ ਕਿਉਂਕਿ ਮੈਂ ਜਾਣਦਾ ਸੀਗਾ ਜਿੱਥੇ ਤੁਸੀਂ ਨਹੀਂ ਬੀਜਦੇ, ਹਾਂ ਜਿੱਥੋਂ ਤੁਸੀਂ ਨਹੀਂ ਬੀਜਦੇ ਉੱਥੋਂ ਵੱਢਦੇ ਹੋ, ਜਿੱਥੇ ਨਹੀਂ ਖਰਾਉਂਦੇ ਉੱਥੋਂ ਇਕੱਠਾ ਕਰ ਲੈਂਦੇ ਹੋ। ਮੈਂ ਡਰ ਗਿਆ ਤੁਹਾਡੇ ਕੋਲੋਂ। ਔਰ ਉਸਨੇ ਮਾਲਕ ਨੇ ਕੀ ਕਿਹਾ, ਜਦ ਤੂੰ ਮੇਰੇ ਬਾਰੇ ਇੰਨਾ ਜਾਣਦਾ ਸੀਗਾ ਤੇ ਮੈਂ ਐਸਾਂਗਾ ਜਿੱਥੇ ਨਹੀਂ ਬੀਜਦਾ ਉੱਥੋਂ ਵੱਢ ਦਾਂਗਾ, ਜਿੱਥੇ ਨਹੀਂ ਖਟਾਉਂਦਾ ਉੱਥੋਂ ਇਕੱਠਾ ਕਰ ਦਾਂਗਾ, ਤਾਂ ਫਿਰ ਤੈਨੂੰ ਮੇਰੇ ਤੋਂ ਡਰਨਾ ਚਾਹੀਦਾ ਸੀਗਾ। ਲੇਕਿਨ ਤੇਰਾ ਫਰਜ਼ ਕੀ ਸੀਗਾ, ਅਗਰ ਤੈਂ ਨਹੀਂ ਕਰਨਾ ਤਾਂ ਸਰਾਫਾਂ ਦੇ ਹੱਕੀ ਉੱਪਰ ਦੇ ਦਿੰਦਾ। ਮੈਂ ਕੀ ਕਰਦਾ, ਮੈਂ ਵਿਆਜ ਸੁਦਾ ਉੱਥੋਂ ਲੈ ਲੈਂਦਾ। ਲੇਕਿਨ ਤੈਂ ਗੜਬੜੀ ਕੀਤੀ ਹੈ। ਉਹਨੂੰ ਕੀ ਕਿਹਾ, ਇਹ ਦੁਸ਼ਟ ਤੇ ਆਲਸੀ ਚਾਕਰ, ਦੁਸ਼ਟ ਤੇ ਆਲਸੀ ਚਾਕਰ। ਦੇਖੋ ਪਰਮੇਸ਼ਵਰ ਨੇ ਇਸੇ ਤਰ੍ਹਾਂ ਹਰ ਇੱਕ ਇਨਸਾਨ ਦੇ ਉੱਪਰ ਵਿਸ਼ਵਾਸ ਕੀਤਾਗਾ। ਹਰ ਇੱਕ ਇਨਸਾਨ ਨੂੰ ਕੁਛ ਨਾ ਕੁਛ ਦਿੱਤਾਗਾ। ਪਰਮੇਸ਼ਵਰ ਹਰ ਇੱਕ ਇਨਸਾਨ ਦੇ ਉੱਪਰ ਵਿਸ਼ਵਾਸ ਕਰਕੇ ਕੁਛ ਨਾ ਕੁਛ ਦਿੰਦੇ ਨੇ। ਲੇਕਿਨ ਜਦ ਪਰਮੇਸ਼ਵਰ ਦਾ ਦਿੱਤਾ ਹੋਇਆ ਕੰਮ ਇਨਸਾਨ ਨਾ ਕਰੇ ਤਾਂ ਪਰਮੇਸ਼ਵਰ ਦੁਖੀ ਹੁੰਦੇ ਨੇ।
ਔਰ ਪਰਮੇਸ਼ਵਰ ਦੁਖੀ ਹੁੰਦੇ ਨੇ। ਔਰ ਕੀ ਕਿਹਾ ਫਿਰ ਉਹਦੇ ਲਈ? ਇਹ ਦੁਸ਼ਟ ਅਤੇ ਆਲਸੀ ਚਾਕਰ, ਪੜੋ। ਇਸੇ ਲਈ ਤੈਨੂੰ ਚਾਹੀਦਾ ਸੀ ਜੋ ਮੇਰੇ ਰੁਪਏ ਸਰਾਫਾਂ ਨੂੰ ਦਿੰਦਾ। ਕਿੰਨਾ ਪੜ ਰਹੇ ਹੋ? ਸਤਾਈ। 27। ਹਾਂ, ਕੀ ਕਰਦਾ? ਇਸੇ ਲਈ ਤੈਨੂੰ ਚਾਹੀਦਾ ਸੀ ਜੋ ਮੇਰੇ ਰੁਪਏ ਸਰਾਫਾਂ ਨੂੰ ਦਿੰਦਾ, ਹੂੰ ਤਾਂ ਮੈਂ ਆਣ ਕੇ ਆਪਣਾ ਮਾਲ ਵਿਆਜ ਸੁੱਧਾ ਲੈਂਦਾ। ਹੂੰ ਸੋ ਉਹ ਥੋੜਾ ਉਸ ਕੋਲੋਂ ਲੈ ਲਓ, ਅਤੇ ਜਿਹਦੇ ਕੋਲ 10 ਤੋੜੇ ਹਨ ਉਹਨੂੰ ਦਿਓ। ਹੁਣ ਦੇਖੋ, ਜਿਹਦੇ ਕੋਲ 10 ਤੋੜੇ ਨੇ ਉਹਨੂੰ ਦਿਓ। ਦੇਖੋ, ਜਿਹਨੇ ਕੀਤਾ ਔਰ ਵਧੀਆ ਕੀਤਾ ਉਹਨੂੰ ਦੇ ਦਿਓ, ਉਹਦੇ ਹਿੱਸੇ ਵਿੱਚ ਜੋੜ ਦਿਓ। ਇਸੇ ਤਰ੍ਹਾਂ ਮਤਲਬ ਪਰਮੇਸ਼ਵਰ ਹਰ ਇੱਕ ਦੇ ਜੀਵਨ ਦੇ ਵਿੱਚ ਕੰਮ ਕਰਦੇ ਨੇ, ਹਰ ਇੱਕ ਇਨਸਾਨ ਨੂੰ ਕੁਛ ਨਾ ਕੁਛ ਦਿੰਦੇ ਨੇ। ਫਿਰ ਪੜੋਗੇ 29 ਵਚਨ। ਕਿਉਂਕਿ ਜੇ ਕਿਸੇ ਕੋਲ ਕੁਝ ਹੈ ਹੂੰ। ਉਹਨੂੰ ਦਿੱਤਾ ਜਾਵੇਗਾ ਹਾਂ। ਅਤੇ ਉਹਦਾ ਵਾਧਾ ਹੋਵੇਗਾ। ਜਿਹਦੇ ਕੋਲ ਕੁਛ ਹੈ, ਇਹਦਾ ਮਤਲਬ ਅਗਰ ਪਰਮੇਸ਼ਵਰ ਨੇ ਤੁਹਾਨੂੰ ਕੁਛ ਦਿੱਤਾ ਹੋਇਆਗਾ, ਅਗਰ ਤੁਸੀਂ ਉਹਦਾ ਇਸਤੇਮਾਲ ਕਰ ਰਹੇ ਹੋ, ਅਗਰ ਤੁਸੀਂ ਉਹਦਾ ਇਸਤੇਮਾਲ ਕਰ ਰਹੇ ਹੋ ਤਾਂ ਪਰਮੇਸ਼ਵਰ ਤੁਹਾਨੂੰ ਹੋਰ ਦੇਵੇਗਾ। ਅਗਰ ਤੁਸੀਂ ਉਹਦਾ ਇਸਤੇਮਾਲ ਨਹੀਂ ਕਰ ਰਹੇ, ਤਾਂ ਪਰਮੇਸ਼ਵਰ ਉਹ ਵੀ ਲੈ ਕੇ ਤੁਹਾਡੇ ਕੋਲੋਂ ਉਹਦਾ ਤੁਹਾਨੂੰ ਦੇ ਦੇਗਾ। ਜਿਹੜਾ ਇਸਤੇਮਾਲ ਕਰਦਾਗਾ ਉਹਨੂੰ, ਉਹਦਾ ਇਸਤੇਮਾਲ ਕਰਦਾਗਾ ਉਹਨੂੰ ਦੇ ਦੇਗਾ ਪਰਮੇਸ਼ਵਰ। ਲੇਕਿਨ ਸਹੀ ਦੇ ਵਿੱਚ ਜੋ ਉਹ ਇਨਸਾਨ ਸੀਗਾ ਦੂਸਰਾ, ਜਿਹਨੇ ਇੱਕ ਨਾਲ ਕੁਝ ਵੀ ਨਹੀਂ ਕੀਤਾ, ਉਹਦੇ ਲਈ ਪੜੋ ਕੀ ਲਿਖਿਆ ਬਾਈਬਲ ਵਿੱਚ 26 ਦੇ ਵਿੱਚ। ਉਸ ਦੇ ਮਾਲਕ ਨੇ ਉਸ ਨੂੰ ਉੱਤਰ ਦਿੱਤਾ, ਓਏ ਦੁਸ਼ਟ ਅਤੇ ਆਲਸੀ ਚਾਕਰ, ਕੀ ਤੈਂ ਜਾਣਿਆ ਭਾਈ ਜਿੱਥੇ ਮੈਂ ਨਹੀਂ ਬੀਜਿਆ ਉੱਥੋਂ ਵੜਦਾ ਹਾਂ। ਦੇਖੋ, ਹਏ ਦੁਸ਼ਟ ਅਤੇ ਆਲਸੀ ਚਾਕਰ, ਅੱਜ ਜ਼ਿਆਦਾਤਰ ਇਹ ਕੰਮ ਹੋ ਰਿਹਾਗਾ। ਅੱਜ ਇਨਸਾਨਾਂ ਨੂੰ ਜੋ ਮਿਲਿਆਗਾ ਅੱਜ ਉਹਦਾ ਇਸਤੇਮਾਲ ਨਹੀਂ ਕਰ ਰਿਹਾ ਇਨਸਾਨ। ਲੇਕਿਨ ਅੱਜ ਕੀ ਬਣ ਚੁੱਕੇ ਨੇ? ਉਹ ਆਲਸੀ ਬਣ ਚੁੱਕੇ ਨੇ। ਅੱਜ ਕੀ ਬਣ ਚੁੱਕੇ ਨੇ? ਉਹ ਤਾਂ ਦੁਸ਼ਟ ਬਣ ਚੁੱਕੇ ਨੇ। ਕਿਉਂ? ਕਿਉਂਕਿ ਪਰਮੇਸ਼ਵਰ ਦਾ ਕੰਮ ਨਹੀਂ ਕਰ ਰਹੇ। ਅੱਜ ਉਹ ਬਾਬੂ ਜੀ ਬਣ ਕੇ ਬੈਠੇ ਹੋਏ ਨੇ, ਅੱਜ ਉਹ ਸਾਹਿਬ ਜੀ ਬਣ ਕੇ ਬੈਠੇ ਹੋਏ ਨੇ। ਲੇਕਿਨ ਪਰਮੇਸ਼ਵਰ ਕੀ ਕਹਿੰਦੇ ਨੇ ਕਿ ਤੁਸੀਂ ਮਜ਼ਦੂਰ ਬਣ ਕੇ ਕੰਮ ਕਰੋ ਨਾ ਮੇਰਾ। ਔਰ ਕੀ ਦੇ ਵਿੱਚ ਕੀ ਲਿਖਿਆ? ਇਸ ਨਿਕੰਮੇ ਚਾਕਰ ਨੂੰ ਬਾਹਰ ਦੇ ਅੰਧਕਾਰ ਵਿੱਚ ਕੱਢ ਦਿਓ, ਉੱਥੇ ਰੋਣਾ ਤੇ ਕਚੀਚੀਆਂ ਦਾ ਵਟਣਾ ਹੋਵੇਗਾ। ਦੇਖੋ, ਇਸ ਨਿਕੰਮੇ ਚਾਕਰ ਨੂੰ ਕੀ ਕਰੋ? ਬਾਹਰ ਦੇ ਅੰਧਕਾਰ ਵਿੱਚ ਸੁੱਟ ਦਿਓ। ਉੱਥੇ ਕੀ ਹੋਵੇਗਾ? ਰੋਣਾ ਤੇ ਕਚੀਚੀਆਂ ਦਾ ਵਟਣਾ ਹੋਵੇਗਾ, ਮਤਲਬ ਨਰਕ ਵਿੱਚ ਸੁੱਟ ਦਿਓ। ਅਗਰ ਦੇਖੋ 1000 ਸਾਲ ਦੇ ਰਾਜ ਦੇ ਵਿੱਚ ਕੌਣ ਹੋਵੇਗਾ? ਸਿਰਫ ਔਰ ਸਿਰਫ ਮਸੀਹ ਔਰ ਮਸੀਹ ਦੇ ਲੋਕ। ਅਰੇ ਉਹ ਕੀ ਕਰਨਗੇ? ਰਾਜ ਕਰਨਗੇ। ਔਰ ਬਾਕੀ ਤੇ ਜੋ ਮੁਰਦੇ ਨੇ ਉਹ 1000 ਵਜੇ ਤੱਕ ਜਿੰਦਾ ਨਹੀਂ ਹੋਣਗੇ। ਇਹਦਾ ਮਤਲਬ ਕੀ? ਕਿ ਉਹ ਨਰਕ ਵਿੱਚ ਹੋਣਗੇ, ਉਹ ਪਤਾਲ ਦੇ ਵਿੱਚ ਹੋਣਗੇ। ਇਸ ਲਈ ਪਰਮੇਸ਼ਰ ਕੀ ਕਹਿੰਦਾਗਾ ਕਿ ਇਹਨਾਂ ਨੂੰ ਬਾਹਰ ਕੱਢ ਦਿਓ। ਜਿਹੜੇ ਪਰਮੇਸ਼ਰ ਦਾ ਦਿੱਤਾ ਹੋਇਆ ਕੰਮ ਨਹੀਂ ਕਰ ਰਹੇ, ਜੋ ਆਲਸਪੁਣਾ ਕਰ ਰਹੇ ਨੇ, ਜੋ ਲਾਪਰਵਾਹੀ ਕਰ ਰਹੇ ਨੇ। ਸਹੀ ਦੇ ਵਿੱਚ ਪਰਮੇਸ਼ਰ ਦਾ ਕੰਮ ਹੈ। ਪਰਮੇਸ਼ਰ ਦਾ ਕੰਮ ਕਰੋ। ਪਰਮੇਸ਼ਰ ਨੇ ਤੁਹਾਨੂੰ ਜੋ ਜੋ ਦਿੱਤਾਗਾ ਉਹਦਾ ਇਸਤੇਮਾਲ ਕਰੋ। ਪਰਮੇਸ਼ਰ ਦਾ ਕੰਮ ਬਹੁਤ ਹੈ, ਬਹੁਤ ਹੈ ਪਰਮੇਸ਼ਰ ਦਾ ਕੰਮ। ਪਰਮੇਸ਼ਰ ਚਾਹੁਣ ਤਾਂ ਇਕੱਲੇ ਹੀ ਇਸ ਤਰ੍ਹਾਂ ਸੋਚ ਸਕਦੇ ਨੇ, ਬੋਲ ਸਕਦੇ ਨੇ, ਪੂਰੀ ਦੁਨੀਆ ਬਚਾਈ ਜਾ ਸਕਦੀ ਹੈ। ਲੇਕਿਨ ਪਰਮੇਸ਼ਰ ਕੀ ਚਾਹੁੰਦੇ ਨੇ ਕਿ ਤੁਸੀਂ ਮਿਲ ਕੇ ਕੰਮ ਕਰੋ। ਤੁਹਾਡੇ ਦੁਆਰਾ ਲੋਕ ਬਚਾਏ ਜਾਣ, ਤੁਹਾਡੀਆਂ ਪ੍ਰਾਰਥਨਾਵਾਂ ਦੁਆਰਾ ਲੋਕ ਬਚਾਏ ਜਾਣ, ਤੁਹਾਡੀ ਗਵਾਹੀ ਦੇ ਦੁਆਰਾ ਲੋਕ ਬਚਾਏ ਜਾਣ, ਤੁਹਾਡੀ ਆਰਾਧਨਾ ਦੁਆਰਾ ਪਰਮੇਸ਼ਰ ਖੁਸ਼ ਹੋਵੇ ਔਰ ਉਹਨਾਂ ਦੇ ਜੀਵਨਾਂ ਵਿੱਚ ਕੰਮ ਕਰੇ। ਤੁਸੀਂ ਜੋ ਵਚਨ ਦਿਓ ਲੋਕਾਂ ਨੂੰ, ਉਹ ਵਚਨ ਲੋਕ ਸੁਣ ਕੇ ਵਿਸ਼ਵਾਸ ਕਰਨ ਔਰ ਮਸੀਹ ਦੇ ਕੋਲ ਆ ਜਾਣ। ਤੁਹਾਡੀ ਐਸੀ ਗਵਾਹੀ ਲੋਕ ਸੁਣਨ ਔਰ ਸਹਿਜੇ ਤੋਂ ਮਸੀਹ ਦੇ ਕੋਲ ਆ ਜਾਣ। ਇਹ ਸਾਰਾ ਕੰਮ ਪਰਮੇਸ਼ਵਰ ਦਿੰਦੇ ਨੇ ਆਪਣੇ ਲੋਕਾਂ ਨੂੰ। ਔਰ ਹਰ ਕਿਸੇ ਜੀਵਨ ਦੇ ਵਿੱਚ ਕੋਈ ਨਾ ਕੋਈ ਐਸਾ ਵਰਦਾਨ ਹੈ, ਕੋਈ ਨਾ ਕੋਈ ਐਸੀ ਗਵਾਹੀ ਹੈ ਕਿ ਜਿਹੜੀ ਪ੍ਰਭੂ ਯਿਸੂ ਮਸੀਹ ਨੇ ਤੁਹਾਡੇ ਉੱਪਰ ਵਿਸ਼ਵਾਸ ਕਰਕੇ ਤੁਹਾਨੂੰ ਦਿੱਤੀ ਹੈ, ਤੁਹਾਡੇ ਉੱਪਰ ਵਿਸ਼ਵਾਸ ਕਰਕੇ ਤੁਹਾਨੂੰ ਦਿੱਤੀ ਹੈ। ਅਗਰ ਉਹਦੇ ਅਨੁਸਾਰ ਤੁਸੀਂ ਕੰਮ ਨਹੀਂ ਕਰੋਗੇ ਤਾਂ ਪਰਮੇਸ਼ਵਰ ਕੀ ਕਹਿੰਦਾ? ਹੇ ਆਲਸੀ, ਹੇ ਦੁਸ਼ਟ ਚਾਕਰ, ਇਹਨੂੰ ਬਾਹਰ ਸੁੱਟ ਦੇ। ਅਖੀਰ ਦੇ ਵਿੱਚ ਕਿਤੇ ਐਸਾ ਨਾ ਹੋ ਜਾਏ ਤੁਹਾਡੇ ਨਾਲ। ਇਸ ਲਈ ਕੀ ਕਰੋ? ਪਰਮੇਸ਼ਵਰ ਦਾ ਕੰਮ ਕਰੋ। ਪਰਮੇਸ਼ਵਰ ਦਾ ਕੰਮ ਕਰੋਗੇ ਤਾਂ ਪਰਮੇਸ਼ਵਰ ਤੁਹਾਨੂੰ 1000 ਸਾਲ ਦੇ ਰਾਜ ਦੇ ਵਿੱਚ ਕੀ ਕਰੇਗਾ? ਆਰਾਮ ਦੇਵੇਗਾ। ਫਿਰ ਜੈਸੇ ਮਰਜ਼ੀ ਕੱਪੜੇ ਪਾਓ, ਜੈਸੇ ਮਰਜ਼ੀ ਖਾਣਾ ਖਾਓ, ਜਿਸ ਤਰ੍ਹਾਂ ਮਰਜ਼ੀ ਰਹੋ, ਫਿਰ ਕੋਈ ਵੀ ਫਿਕਰ ਨਹੀਂ। ਫਿਰ ਪਰਮੇਸ਼ਵਰ ਤੁਹਾਡੇ ਲਈ ਬਹੁਤ ਕੁਝ ਕਰਨਗੇ 1000 ਸਾਲ ਦੇ ਰਾਜ ਦੇ ਵਿੱਚ। ਲੇਕਿਨ ਤਦ ਹੀ ਹੋਵੇਗਾ ਕਿ ਜਦ ਪਰਮੇਸ਼ਵਰ ਦਾ ਕੰਮ ਕਰੋਗੇ। ਆਓ ਆਪਣੇ ਅੱਖਾਂ ਬੰਦ ਕਰੀਏ, ਆਪਣੇ ਸਿਰਾਂ ਨੂੰ ਝੁਕਾਉਣੇ ਹਾਂ। ਔਰ ਕੋਈ ਵੀ ਜਨ ਆਪਣੀ ਅੱਖ ਨਾ ਖੋਲੇ ਔਰ ਕੁਛ ਨਹੀਂ ਲਿਖਣਾ, ਸਿਰਫ ਬਾਈਬਲ ਬੰਦ, ਸਾਰਾ ਕੁਝ ਬੰਦ। ਔਰ ਕੋਈ ਵੀ ਜਨ ਆਪਣੀ ਅੱਖਾਂ ਨਾ ਖੋਲੇ ਔਰ ਆਪਣੇ ਆਪ ਨੂੰ ਇੱਕ ਸਵਾਲ ਕਰੋ, ਕੀ ਮੈਂ ਪਰਮੇਸ਼ਵਰ ਦਾ ਕੰਮ ਕਰਨ ਦੇ ਲਈ ਤਿਆਰ ਹਾਂ? ਕੀ ਮੈਨੂੰ ਪਤਾ ਹੈ ਕਿ ਪਰਮੇਸ਼ਵਰ ਨੇ ਮੈਨੂੰ ਕੀ ਦਿੱਤਾ ਹੈ? ਪਰਮੇਸ਼ਵਰ ਨੇ ਤੁਹਾਨੂੰ ਕਿਹੜਾ ਵਰਦਾਨ ਦਿੱਤਾ ਹੈ ਤਾਂ ਕਿ ਤੁਸੀਂ ਪਰਮੇਸ਼ਵਰ ਦਾ ਕੰਮ ਕਰ ਸਕੋ? ਪਰਮੇਸ਼ਵਰ ਨੇ ਤੁਹਾਨੂੰ ਐਸਾ ਕੀ ਦਿੱਤਾਗਾ ਕਿ ਜਿਸ ਲਈ ਪਰਮੇਸ਼ਵਰ ਕਹਿੰਦੇ ਨੇ ਕਿ ਮੇਰਾ ਕੰਮ ਕਰ ਔਰ ਮੈਂ ਤੈਨੂੰ ਬਹੁਤ ਕੁਝ ਦੇਵਾਂਗਾ।
जिस तरह 5 वाले ने 5 कमाए, 2 वाले ने 2 कमाए, परमेश्वर ने उन्होंने कहा मातबर विश्वासयोग। एक दूसरा सीगा जिन्होंने एक मिलिया था सी, लेकिन उसने कुछ भी नहीं किया, लेकिन उसने की मिली डांट मिली, उसने झिड़का मिलियां, ओए दोस्त ओए आलसी, तेन चाहिए सीगा कि तेन जो दिता गा तू उसका इस्तेमाल करता, लेकिन तू आलसपना किया गा। अज देखो परमेश्वर ने हर एक इंसान को कुछ ना कुछ दिता गा, उसका इस्तेमाल करो। अगर नहीं दिता तो परमेश्वर को कहो परमेश्वर मैनू कुछ दो, ताकि मैं होरना लोगों लिए इस्तेमाल कर सका। ये वचन समझ सको, इसको कबूल कर सको, इसके अनुसार जीवन जी सको। परमेश्वर इस वचन के